ਭਗਤ ਕਬੀਰ ਜੀ ਸਾਨੂੰ ਪਰਮਾਰਥ ਦਾ ਰਾਹ ਸਮਝਾਉਂਦਿਆਂ ਹੋਇਆਂ ਨਿਰੰਕਾਰ ਤੇ ਸੰਸਾਰ ਦਾ ਅੰਤਰ ਵੀ ਸਾਡੇ ਸਨਮੁਖ ਰੱਖਦੇ ਹਨ, ਕਿਉਂਕਿ ਕਿਸੇ ਵੀ ਇਨਸਾਨ ਦੇ ਜੀਵਨ ਨੂੰ ਗੌਰ ਨਾਲ ਦੇਖੋ, ਦੌੜ ਭੱਜ ਹਰ ਇੱਕ ਨੂੰ ਬਹੁਤ ਹੈ। ਹੋਸ਼ ਸੰਭਾਲਣ ਤੋਂ ਲੈ ਕੇ ਹੋਸ਼ ਗਵਾਉਣ ਤੱਕ ਇਸ ਦੀ ਜ਼ਿੰਦਗੀ ਵਿੱਚ ਦੌੜ ਭੱਜ ਲੱਗੀ ਹੋਈ ਹੈ। ਲੇਕਿਨ ਇਸ ਨੂੰ ਪਤਾ ਨਹੀਂ ਕਿ ਇਸ ਯਾਤਰਾ ਦੀ ਮੰਜ਼ਿਲ ਕੀ ਹੈ। ਇਸ ਦੌੜ ਨੇ ਮੈਨੂੰ ਪਹੁੰਚਾਉਣਾ ਕਿੱਥੇ ਹੈ, ਤੇ ਜੋ ਨਿਸ਼ਾਨੇ ਇਸ ਨੇ ਮਿਥ ਲਏ ਨੇ ਉਹ ਕੂੜੇ ਹਨ। ਇਸ ਲਈ ਆਖਣਾ ਪੈਂਦਾ ਇਸ ਨੂੰ ਮੰਜ਼ਿਲ ਦਾ ਪਤਾ ਨਹੀਂ ਤਾਂ ਸਧਾਰਨ ਮਨੁੱਖ ਆਖੇਗਾ ਪਤਾ ਕਿਉਂ ਨਹੀਂ। ਰਾਜਨੀਤੀ ਦੀ ਦੌੜ ਲਗਾਈਏ, ਕੱਲ੍ਹ MLA ਬਣਾਂਗਾ, ਸਟੇਟ ਮਿਨਿਸਟਰ ਬਣਾਂਗਾ ਕਿ MP ਬਣਾਂਗਾ ਕਿ ਪ੍ਰਧਾਨ ਮੰਤਰੀ ਬਣਾਂਗਾ। ਮੇਰੇ ਅਗਾਂਹ ਤੋਂ ਅਗਾਂਹ ਨਿਸ਼ਾਨੇ ਨੇ, ਮੰਜ਼ਿਲਾਂ ਨੇ। ਇਹ ਮੇਰੀ ਦੌੜ ਦੇ ਅਗਾਂਹ ਮਿੱਥੇ ਹੋਏ ਮਨਸੂਬੇ ਨੇ। ਲੇਕਿਨ ਕੋਈ ਪੁੱਛੇ ਫਿਰ ਕੀ ਕਰੇਗਾ? ਆਖਰ ਕੋਈ ਜਵਾਬ ਨਹੀਂ ਰਹਿ ਜਾਏਗਾ ਪਾਸ। ਅਨੇਕਾਂ ਪ੍ਰਧਾਨ ਮੰਤਰੀ ਬਣੇ, ਰਾਸ਼ਟਰਪਤੀ ਬਣੇ, ਤੁਰ ਗਏ। ਸਵਾਲ ਇਹ ਹੈ ਤੂੰ ਜਾਣਾ ਕਿੱਥੇ ਹੈ? ਉਹ ਹੈ ਤੇਰੀ ਮੰਜ਼ਿਲ, ਤੇ ਉੱਥੇ ਲਈ ਕੋਈ ਸਫ਼ਰ ਖਰਚ ਤੇਰੇ ਪੱਲੇ ਹੈ ਜਾਂ ਨਹੀਂ ਹੈ। ਦੌਲਤ ਦੀ ਦੌੜ ਵਿੱਚ ਲੱਗਾ ਹੋਇਆ ਆਖੇਗਾ ਹਜ਼ਾਰਾਂ ਦੀ ਇਕੱਤਰਤਾ ਤੋਂ ਬਾਅਦ ਮੈਂ ਲੱਖਾਂ ਵੱਲ ਦੌੜ ਪਿਆ ਔਰ ਇਹ ਟੀਚਾ ਪੂਰਾ ਕਰਾਂਗਾ। ਲੱਖਾਂ ਤੇ ਕਿਸੇ ਨੂੰ ਚੈਨ ਥੋੜ੍ਹੀ ਆਈ ਹੈ। ਫਿਰ ਮਿਲੀਅਨਸ, ਫਿਰ ਬਿਲੀਅਨਸ, ਟ੍ਰਿਲੀਅਨਸ, ਇਹ ਦੌੜ ਮੁੱਕਦੀ ਹੀ ਨਹੀਂ। ਫਿਰ ਆਖਰੀ ਸਵਾਲ ਤੇ ਉਸ ਨੂੰ ਵੀ ਪਹੁੰਚਾ ਲਿਆ ਜਾਏ, ਧਨਵਾਨ ਤੋਂ ਧਨਵਾਨ ਨੂੰ ਵੀ, ਕਿ ਜਾਣਾ ਜਿੱਥੇ ਹੈ ਉੱਥੇ ਲਈ ਕੁਝ ਪੱਲੇ ਹੋਵੇਗਾ ਤਾਂ ਦੌਲਤ ਵੱਲ ਨਜ਼ਰ ਮਾਰ ਕੇ ਨਿਰਾਸ਼ਾ ਹੱਥ ਲੱਗੇਗੀ। ਇੱਥੇ ਤਾਂ ਜ਼ਰੂਰ ਧਨਵਾਨ ਹਾਂ, ਪਰ ਨਾਲ ਤਾਂ ਇਸ ਵਿੱਚੋਂ ਇੱਕ ਕੌਡੀ ਨਹੀਂ ਜਾਣੀ। ਬਾਬੂ ਫਿਰੋਜ਼ਦੀਨ ਸ਼ਰਫ ਨੇ ਬੜੀਆਂ ਪਿਆਰੀਆਂ ਪੰਕਤੀਆਂ ਲਿਖੀਆਂ ਨੇ। ਉਹਨਾਂ ਨੇ ਭਾਈ ਮਰਦਾਨਾ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਵਾਰਤਾਲਾਪ ਕਰਵਾਇਆ ਹੈ, ਜਿਸ ਵਿੱਚ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਸੋਂ ਅਖਵਾ ਰਹੇ ਹਨ ਭਾਈ ਮਰਦਾਨੇ ਨੂੰ, ਦੌਲਤ ਰੱਬ ਦੇ ਨਾਮ ਦੀ ਕਰੀ ਇਕੱਠੀ, ਜਿਹੜੀ ਅੱਗੇ ਵੀ ਤੇਰੇ ਕੰਮ ਆਵਣੀ ਏ। ਸ਼ਰਫ ਰਹਿਣਗੇ ਭਰੇ ਭੰਡਾਰ ਇੱਥੇ, ਤੇਰੇ ਨਾਲ ਇੱਕ ਸੂਈ ਨਾ ਜਾਵਣੀ ਏ। ਔਰ ਇਸ ਅਟੱਲ ਸੱਚਾਈ ਤੋਂ ਕੌਣ ਅੱਖਾਂ ਮੋੜ ਸਕਦਾ ਹੈ? ਧਿਆਨ ਨਾਲ ਕੋਈ ਦੇਖੇ ਤਸਵੀਰ ਸਪਸ਼ਟ ਹੋ ਜਾਏਗੀ। ਲੇਕਿਨ ਇਸੇ ਭੱਜ ਦੌੜ ਵਿੱਚ ਅਸੀਂ ਲੱਗੇ ਹਾਂ। ਕੋਈ ਪਦਾਰਥ, ਕੋਈ ਪਦਵੀਆਂ, ਕੋਈ ਮਾਇਆ ਦਾ ਹੋਰ ਪਸਾਰਾ, ਸ਼ੋਹਰਤ, ਲੇਕਿਨ ਅੰਤ ਸਾਥੀ ਕੋਈ ਵੀ ਨਹੀਂ। ਉਸ ਨੂੰ ਕਿਵੇਂ ਆਖੀਏ ਇਹ ਸਰਮਾਇਆ ਸਾਡਾ ਹੈ ਜੋ ਸਾਡੇ ਨਾਲ ਨਿਭੇ ਨਾ। ਕਬੀਰ ਸਾਹਿਬ ਜੀ ਸਾਨੂੰ ਯਾਦ ਕਰਵਾਉਂਦੇ ਹਨ ਕਿ ਹੈ ਇੱਕ ਸਰਮਾਇਆ ਐਸਾ ਵੀ ਜੋ ਨਾਲ ਨਿਭ ਜਾਂਦਾ ਹੈ। ਔਰ ਖਿਆਲ ਰੱਖ, ਉਸ ਵਾਸਤੇ ਕੋਈ ਭੱਜ ਦੌੜ ਵੀ ਨਹੀਂ ਕਰਨੀ ਪੈਂਦੀ। ਦੋ ਤਰ੍ਹਾਂ ਦਾ ਨਜ਼ਰੀਆ ਬਾਣੀ ਵਿੱਚ ਉਸ ਪੱਖ ਤੋਂ ਆਇਆ ਹੈ। ਪਹਿਲੇ ਕਬੀਰ ਜੀ ਦੇ ਬਚਨ ਆਪਾਂ ਧਿਆਨ ਵਿੱਚ ਲਿਆਈਏ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਲੂਟਣਾ ਹੈ
ਤਾਂ ਲੂਟ ਲੈ। राम नाम है लूट, फिर पाछै पछताओगे, प्राण जाहेंगे छूट। देख अंत पछताना पवेगा, जदों प्राण ही छुट गए निकल गए, फिर पछतावे दा भी कोई अर्थ नहीं। सियाणिਆਂ ने एक मुहावरा कढ़िया है, अब पछताए क्या होत, जब चिड़ियाँ चुग गई खेत। बीज सारा पंछी खा गए, तू सुहागा दिता ना, ते हुण पछतावे दा की अर्थ। सवास सारे मुक गए, विकारां दे पंछी चुग गए, खटिया कुछ भी नहीं। पर कबीर जी ने ਜਿਹੜੇ ਲਫ਼ਜ਼ ਵਰਤੇ ਨੇ ਉਹ ਕਮਾਲ ਦੇ ਨੇ। ਉਹ ਕਹਿੰਦੇ ਨੇ ਜੇ ਲੁੱਟਣਾ ਚਾਹੁੰਦਾ ਹੈ ਤਾਂ ਲੁੱਟ ਲੈ। ਪ੍ਰਭੂ ਦੇ ਨਾਮ ਦੀ ਲੁੱਟ ਪਈ ਹੋਈ ਹੈ। ਲੁੱਟ ਹੁੰਦੀ ਕੀ ਹੈ? ਜਦੋਂ ਵੀ ਕੋਈ ਚੀਜ਼ ਲੁੱਟਣ ਦਾ ਮੌਕਾ ਆਵੇ ਤਾਂ ਹਰ ਲੁੱਟਣ ਵਾਲਾ ਤੇਜ਼ੀ ਨਾਲ ਦੌੜਦਾ ਹੈ, ਮੇਰੇ ਹੱਥ ਲੱਗ ਜਾਏ, ਮੇਰੇ ਕਬਜ਼ੇ ਵਿੱਚ ਆ ਜਾਏ। ਇੱਕ ਤਾਂ ਹੁੰਦੀ ਏ ਜੋ ਮੁਫਤ ਲੁੱਟ ਪੈ ਗਈ, ਖਰਚਾ ਕੁਝ ਵੀ ਨਹੀਂ ਔਰ ਵਸਤੂਆਂ ਕੀਮਤੀ ਮਿਲ ਜਾਣੀਆਂ ਨੇ। ਇੱਕ ਲੁੱਟ ਹੁੰਦੀ ਏ ਜਦੋਂ ਕੋਈ ਪਦਾਰਥ ਹੋਵੇ ਤਾਂ ਕੀਮਤੀ ਪਰ ਮਿਲ ਸਸਤਾ ਰਿਹਾ ਹੋਵੇ। ਅਸੀਂ ਤਾਂ ਦੁਕਾਨ ਵਿੱਚ ਲੁੱਟ ਹੀ ਲਾ ਦਿੱਤੀ ਹੈ, ਆਓ ਜਿਸ ਨੇ ਲੈਣਾ, ਸਸਤਾ ਸੌਦਾ ਮਿਲਦਾ ਹੋਵੇ। ਦੋਹਾਂ ਵਿੱਚ ਇੱਕ ਗੱਲ ਦੀ ਸਾਂਝ ਹੈ ਕਿ ਗ੍ਰਹਿਣ ਕਰਨ ਵਾਲਾ ਜਲਦੀ ਕਰੇ ਕਿ ਕਿਧਰੇ ਸਮਾਂ ਵਿਹਾਜ ਨਾ ਜਾਏ, ਇਹ ਪਦਾਰਥ ਮੈਂ ਲੈ ਲਵਾਂ। ਉਸ ਨੂੰ ਆਖਦੇ ਨੇ ਲੁੱਟ। ਜਲਦੀ ਜਲਦੀ ਸਾਂਭਣਾ ਹੈ, ਇਕੱਠਾ ਕਰਨਾ ਹੈ ਤਾਂ ਕਰ ਲੈ। ਜਲਦੀ ਇਸ ਲਈ ਹੈ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਔਰ ਲੁੱਟਣ ਵਾਲੀ ਵਸਤੂ ਉਹੀ ਚੰਗੀ ਹੋਵੇਗੀ ਜਿਹੜੀ ਤੇਰਾ ਸਾਥ ਵੀ ਦੇ ਸਕੇ। ਜੋ ਕੰਮ ਹੀ ਨਾ ਆਈ, ਉਸ ਵਸਤੂ ਨੂੰ ਤੂੰ ਪੰਡਾਂ ਬੰਨ੍ਹ ਕੇ ਲੈ ਆਵੇਂ, ਕੋਈ ਅਰਥ ਤਾਂ ਨਹੀਂ। ਪ੍ਰਭੂ ਦਾ ਨਾਮ ਸਾਥ ਨਿਭਣ ਵਾਲਾ ਹੈ। ਇਹ ਲੁੱਟ ਜਿੰਨੀ ਲੁੱਟ ਹੁੰਦੀ ਏ ਲੁੱਟ ਲੈ, ਇਸ ਵਿੱਚ ਦੇਰ ਨਾ ਕਰ। ਜਿਵੇਂ ਇੱਕ ਕੰਗਾਲ ਕੌਡੀ ਕੌਡੀ ਲਈ ਦੌੜਦਾ, ਮਿਲ ਜਾਏ, ਪ੍ਰਸ਼ਾਦੇ ਪਾਣੀ ਦਾ ਗੁਜ਼ਰਾਨ ਚੱਲ ਜਾਏਗਾ। ਕਬੀਰ ਵੀਚਕ ਗ੍ਰੰਥ ਵਿੱਚ ਕਬੀਰ ਜੀ ਦੇ ਕੁਝ ਬਚਨ ਹਨ। ਉਹ ਕਹਿੰਦੇ ਨੇ, ਸਿਮਰਨ ਕੀ ਸੁਧ ਯੋਂ ਕਰੋ ਜੈਸੇ ਦਾਮ ਕੰਗਾਲ। ਜਿਵੇਂ ਕੋਈ ਕੰਗਾਲ ਆਦਮੀ ਨੂੰ ਇਹ ਫਿਕਰ ਹੁੰਦਾ ਹੈ ਦੋ ਦਮੜੇ ਪੱਲੇ ਹੋਣ, ਕਿਸੇ ਤਰ੍ਹਾਂ ਅੱਜ ਮਿਹਨਤ ਕਰਕੇ ਦੌੜ ਭੱਜ ਕਰਕੇ ਸ਼ਾਮ ਦਾ ਭੋਜਨ ਜੁਟਾ ਲਵਾਂ। ਇਹ ਖੁਰਾਕ ਹੈ ਰੂਹ ਦੀ। ਸਿਮਰਨ ਕੀ ਸੁਧ ਯੋਂ ਕਰੋ ਜੈਸੇ ਦਾਮ ਕੰਗਾਲ, ਕਹੈ ਕਬੀਰ ਬਿਸਰੈ ਨਹੀਂ, ਪਲ ਪਲ ਲੇਹ ਸੰਭਾਲ। ਇੱਕ ਹੋਰ ਉਹਨਾਂ ਆਖਿਆ, ਕਹਿਣ ਲੱਗੇ, कहता हूँ कह जात हूँ कहों बजाए ढोल, सवासा खाली जात है तीन लोक का मोल। जो तू हर पल खर्च कर रहा है गुआ रहा है, वो तिन्ना लोकां तो कीमती है। ऐसे महंगे मोल का एक श्वास जो जाए, 14 लोक न पट तरे काहे तूर मिलाए। 14 ਲੋਕਾਂ ਤੋਂ ਵੀ ਕੀਮਤੀ ਇਹ ਸਵਾਸ ਧੂੜ ਵਿੱਚ ਮਿਲਾ ਰਿਹਾ ਹੈ। ਜਾਂ ਤੂੰ ਰਾਮ ਨਾਮ ਦੀ ਲੁੱਟ ਲੁੱਟ ਲੈ, ਨਹੀਂ ਤੇ ਤੂੰ ਲੁੱਟਿਆ ਜਾਏਗਾ। ਗੱਲਾਂ ਦੋ ਨੇ। ਇਸ ਮਨੁੱਖਾ ਜ਼ਿੰਦਗੀ ਨੂੰ ਤੁਸੀਂ ਗੌਰ ਨਾਲ ਦੇਖੋਗੇ ਤਾਂ ਪਾਸੇ ਦੋ ਦਿਸਣਗੇ। ਇੱਕ, ਜਾਂ ਤੇ ਆਪ ਲੁੱਟਣ ਵਾਲੇ ਬਣੀਏ ਉਹ ਪਦਾਰਥ
ਜਿਹੜਾ ਨਾਲ ਨਿਭ ਸਕੇ। ਨੇਕੀ, ਸੇਵਾ, ਸਿਮਰਨ, ਪਰਉਪਕਾਰ, ਜੋ ਮਦਦਗਾਰ ਬਣ ਦਰਗਾਹੇ ਵੀ। ਤੇ ਜਾਂ ਇਹ ਲੁੱਟਣ ਤੋਂ ਅਸੀਂ ਸੰਕੋਚ ਕਰ ਗਏ, ਪਛੜ ਗਏ ਤੇ ਖੁਦ ਲੁੱਟੇ ਜਾਵਾਂਗੇ। ਜਾਂ ਲੁੱਟਣ ਵਾਲੇ ਬਣ ਜਾਓ ਜਾਂ ਲੁੱਟੇ ਜਾਓਗੇ। ਜ਼ਿੰਦਗੀ ਦਾ ਨਿਚੋੜ ਹੈ ਇਸੇ ਗੱਲ ਵਿੱਚ, ਜਾਂ ਲੁੱਟਣ ਵਾਲੇ ਬਣ ਜਾਓ ਜਾਂ ਲੁੱਟੇ ਜਾਓਗੇ। ਇਹ ਸਵਾਸਾਂ ਦੀ ਪੂੰਜੀ ਜੋ ਪੱਲੇ ਹੈ ਖਤਮ ਹੋ ਜਾਏਗੀ। ਕਬੀਰਾ ਹਰ ਹਰ ਸਿਮਰ ਲੈ ਪ੍ਰਾਨ ਜਾहेंगे छूट, करके प्यारे आदमी चलते लेंगे लूट। कबीर बीज ग्रंथ विच बचन। घर दे जीआं ने भी पदार्थ कोई नहीं नाल जान देना, सोने दे गहने पाए हुए उतार लैणगे, साडे काम आउणगे। काम पहलियां दे भी नहीं आए, आउणे दूजियां दे भी नहीं, लेकिन दुनिया दी ये रीत है। जो साथ निभण वाला सी वो तन तू लुटिया ही नहीं, ते तू लुटिया जाएगा। ये बचन बाणी अंदर कई वारी आए ने। भगत रविदास जी ने भी आख्या, वो कहन लगे, सुन भलिया लोका, तेरे महल उच्चे लख होण, चंगियां रसोईयां होण, चंगे पकवान तैनूं मिलन, चंगे वस्त्र मिलन, पर यह तन कुछ इस तरह का है जिवें घाह की टुटी हुई छपरी होवे ते उसनूं लग जाए अग। तू आखना कुटुंब कबीला मेरा है, इन्हां भी आखना जल्दी नाल हुण छड्ड आवीए शमशान तक। पति है कि पत्नी है, भैन है कि भाई है। इस हालत नूं देख के भगत रविदास जी ने आख्या, मैनूं इंज प्रतीत होंदा है ये जगत नाम दा पदार्थ नहीं लुट सकिया, इसलिए खुद लुटिया गया है, इसलिए खुद लुटिया गया है। सूही राग अंदर भगत रविदास जी दे बचन ने, ऊंचे मंदिर साल रसोई, एक घड़ी फुन रहन न होई। एहो तन ऐसा जैसे घास की टाटी टूटी हुई छपरी। एहो तन ऐसा जैसे घास की टाटी, जल गयो घास रल गयो माटी। रहाओ उपरंत कहंदे ने, भाई बंद कुटुंब सहेरा, ओए भी लागे काढ़ सवेरा। घर की नार उरह तन लागी, ओह तो भूत भूत कर भागी। कह रविदास सबै जग लूटिया, हम तो एक राम कह छूटिया। संसार लुटिया गया, मैं लुट होण तो तां बचिया कि मैं प्रभु नाम दी लुट लुटण वाला बन गया। हम तो एक राम कह छूटिया। तो जे इस लुट तो अवेसले रहांगे तो खुद लुटे जावांगे। गुरु अर्जन देव महाराज जी ने भी यही गवाही दिती। राग गोंड विच पंचम पातशाह दे बचन ने इन्हां विकारां दे संबंध विच कि ये संसार नूं लुट लैंदे ने। भगत नूं ये सेवादार बनाउणे आ गए ने। एनर्जी उही है पर ठीक इस्तेमाल करनी आ गई है। इस लई साकतां दी तां इन्ना पत लुट लई, पर साधु जन इन्ना पत वाला बन गया कि उसदे सेवादार बन गए। उनको खसम कीनी ठाक हारे, दास संग ते मार बिदारे। गोबिंद भगत का महल न पाया, राम जना मिल मंगल गाया। सगल सृष्ट के पंच सिकदार, दुनिया ते चौधरी बने बैठे ने। काम क्रोध लोभ मोह हंकार, सगल सृष्ट के पंच सिकदार। राम भगत के पानीहार। रहाओ बाद आख्या, जगत पास ते लेते दान। गोबिंद भगत को करह सलाम।
ਲੂਟ ਲੇਹ ਸਾਕਤ ਪਤ ਖੋਵਹਿ, ਸਾਧ ਜਨਾ ਪਗ ਮਲ ਮਲ ਧੋਵਹਿ। ਸਾਧੂ ਜਨਾਂ ਦੇ ਪੈਰ ਧੋਂਦੇ ਨੇ, ਉਹਨਾਂ ਦੇ ਦਾਸਰੇ ਬਣ ਜਾਂਦੇ ਨੇ। ਤੋ ਜ਼ਿੰਦਗੀ ਤਾਂ ਉਹੀ ਹੈ, ਸੰਸਾਰ ਦੇ ਪਦਾਰਥ ਵੀ ਉਹੀ ਨੇ। ਪ੍ਰਿਥਵੀ, ਆਕਾਸ਼, ਸੂਰਜ, ਚੰਦਰਮਾ, 5 ਤੱਤਾਂ ਦੇ ਪੁਤਲੇ ਸਾਰੇ ਨੇ। ਪਰ ਸੰਤ ਨੂੰ ਇੱਕ ਜਾਚ ਆ ਗਈ ਹੈ, ਪ੍ਰਭੂ ਦੇ ਨਾਮ ਦੀ ਲੁੱਟ ਲੁੱਟਣੀ ਹੈ। ਫਿਰ ਪਛਤਾਉਣ ਦਾ ਕੀ ਫਾਇਦਾ ਹੋਵੇਗਾ ਜਦੋਂ ਪ੍ਰਾਣ ਛੁੱਟ ਗਏ ਔਰ ਇਹ ਵਸਤੂ ਸਸਤੀ ਮਿਲ ਰਹੀ ਹੈ। ਇੱਥੇ 2 ਨਜ਼ਰੀਏ ਨੇ, ਮੈਂ ਦੋਹਾਂ ਦਾ ਜ਼ਿਕਰ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ। ਇੱਕ ਹੈ ਸਿੱਧੇ ਹੀ ਸ਼ਬਦਾਂ ਦੇ ਅੰਦਰ ਕਿ ਸੌਦਾ ਸਸਤਾ ਮਿਲ ਰਿਹਾ ਹੈ ਪ੍ਰਭੂ ਨਾਮ ਦਾ, ਹੈ ਵੀ ਠੀਕ। ਇੱਕ ਪਾਸੇ ਆਖਦੇ ਨੇ ਮੈਂ ਤਾਂ ਮੋਲ ਮਹਿੰਗੀ ਲਈ ਜੀ ਸੱਟਾ। ਜਦੋਂ ਦੁਨੀਆ ਦੇ ਪੱਧਰ ਤੋਂ ਦੇਖਾਂਗੇ ਤਾਂ ਜੀਓ ਨਾਲੋਂ ਕੀਮਤੀ ਤਾਂ ਕੁਝ ਵੀ ਨਹੀਂ। ਜੇ ਪ੍ਰਾਣਾ ਤੇ ਬਣ ਆਵੇ ਤੇ ਮਨੁੱਖ ਪਦਾਰਥ ਕੁਰਬਾਨ ਕਰਕੇ ਵੀ ਪ੍ਰਾਣ ਬਚਾਉਣ ਦਾ ਯਤਨ ਕਰੇਗਾ। ਮਹਿਲ ਮਾੜੀਆਂ ਦਾ ਤੇ ਲਾ ਕੇ ਵੀ ਜ਼ਿੰਦਗੀ ਬਚਾਉਣ ਦਾ ਉਪਰਾਲਾ ਕਰੇਗਾ। ਕਈ ਸੰਬੰਧ ਤੋੜਨੇ ਪੈਣ, ਜੀਵਨ ਬਚ ਜਾਏ ਤਾਂ ਵੀ ਯਤਨ ਕਰੇਗਾ। ਜੀਓ ਨੂੰ ਬਚਾਉਣਾ। ਲੇਕਿਨ ਇਸ ਪੱਖ ਤੋਂ ਦੇਖਿਆ ਜਾਏ ਤਾਂ ਜੀਓ ਮਹਿੰਗਾ ਹੈ, ਬੜਾ ਮਹਿੰਗਾ ਹੈ, ਦੁਨੀਆ ਦੇ ਹਰ ਪਦਾਰਥ ਤੋਂ ਕੀਮਤੀ। ਤੇ ਇਸ ਦੇ ਬਦਲੇ ਵਿੱਚ ਭਗਤ ਜੀ ਕਹਿੰਦੇ ਨੇ ਮੇਰੀ ਪ੍ਰੀਤ ਗੋਬਿੰਦ ਸਿਉ ਜੇ ਨਾ ਘਟੈ, ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟੈ। ਇਹ ਪ੍ਰੀਤ ਬੜੀ ਕੀਮਤੀ ਹੈ, ਮੈਂ ਜਿੰਦ ਦੇ ਕੇ ਵਿਹਾਜੀ ਹੈ। ਪ੍ਰੀਤ ਵਿਹਾਜਣ ਤੋਂ ਵੀ ਪ੍ਰਭੂ ਦੇ ਭਜਨ ਨਾਲ ਜੁੜਨ ਦਾ ਹੀ ਇਸ਼ਾਰਾ ਹੈ। ਲੇਕਿਨ ਇੱਕ ਪੱਖ ਤੋਂ ਇਹ ਵੀ ਆਖਿਆ ਗਿਆ ਹੈ ਕਿ ਸੌਦਾ ਫਿਰ ਵੀ ਸਸਤਾ ਹੈ। ਜੀਓ ਤਾਂ ਅੱਜ ਨਹੀਂ ਤੇ ਕੱਲ ਸਹੀ ਜਾਏਗਾ ਹੀ, ਔਰ ਜੇ ਇਕੱਲਾ ਜਾਏਗਾ ਅੰਤ ਕੀ ਬਾਰ ਇਕੇਲੋ ਹੀ ਜੈ ਹੈ। ਤਾਂ ਜਮਾਂ ਦੀਆਂ ਮਾਰਾਂ ਵੀ ਖਾਣੀਆਂ ਪੈਣਗੀਆਂ। ਇਹ ਬੜਾ ਕਮਜ਼ੋਰ ਜੀਵੜਾ ਹੋਵੇਗਾ। ਪਰ ਜੇ ਇਸ ਨੇ ਆਪਾ ਮਿਟਾ ਪਰਮੇਸ਼ਰ ਦੀ ਪ੍ਰੀਤ ਪਾ ਲਈ, ਉਸ ਦਾ ਨਾਮ ਪਾ ਲਿਆ, ਤਾਂ ਧਰਮ ਰਾਏ ਵੀ ਸਲਾਮ ਕਰੇਗਾ, ਦਰਗਾਹ ਅੰਦਰ ਵੀ ਆਦਰ ਮਿਲੇਗਾ। ਇਸ ਲਈ ਇਹ ਸੌਦਾ ਫਿਰ ਵੀ ਸਸਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਉਹ ਕਹਿੰਦੇ ਨੇ ਦੇਖੋ ਮਿਲ ਤਾਂ ਰਿਹਾ ਹੈ ਸੌਦਾ ਬੜਾ ਸਸਤਾ ਹੈ ਵੀ ਲਾਹੇਵੰਦਾ, ਲੇਕਿਨ ਆਦਮੀ ਇਹ ਵਪਾਰ, ਇਹ ਵਣਜ ਕਰਨ ਤੋਂ ਫਿਰ ਵੀ ਪਤਾ ਨਹੀਂ ਕਿਉਂ ਪਿੱਛੇ ਨੂੰ ਜਾਂਦਾ ਹੈ। ਇਹ ਵਿਕਾਰਾਂ ਦੀਆਂ ਪਾਰਟੀਆਂ ਤੇ ਖਰਚ ਕਰਨ ਲੱਗਿਆਂ ਰੱਤੀ ਸੰਕੋਚ ਨਹੀਂ ਕਰਦਾ ਦੁਨੀਆ ਦੀ ਸ਼ਾਨੋ ਸ਼ੌਕਤ ਲਈ। ਲੇਕਿਨ ਭਜਨ ਸਿਮਰਨ ਦੇ ਪਾਸੇ ਵੱਲ, ਧਰਮ ਦੇ ਰਾਹ ਵੱਲ ਕੌਡੀ ਲਾਉਣ ਲੱਗਿਆਂ ਵੀ ਲੱਖ ਵਾਰੀ ਸੋਚਦਾ ਹੈ। ਗੁਰੂ ਦਿੰਦਾ ਹੈ ਨਾਮਦਾਨ। ਗੁਰੂ ਦੀ ਦੁਕਾਨ ਇੱਕ ਅਜਿਹੀ ਹੈ ਜਿੱਥੇ ਮੁੱਲ ਘਟਾ ਕੇ ਅਮੋਲਕ ਵਸਤੂ ਵੇਚੀ ਜਾ ਰਹੀ ਹੈ। ਸ਼ਰਧਾ ਬਣਾ। ਜੇ ਗਰੀਬਣਾ ਦਿਲ ਵਿੱਚ ਸ਼ਰਧਾ ਹੈ, ਪੱਲੇ ਕੌਡੀ ਨਹੀਂ, ਗੁਰੂ ਤਾਂ ਵੀ ਦਿੰਦਾ ਹੈ। ਜੇ ਧਨਵਾਨ ਹੈ, ਤੂੰ ਲਿਆ ਕੇ ਭੇਟਾ ਕਰਨਾ ਕੁਝ, ਉਹ ਵੀ ਪਰਉਪਕਾਰ ਤੇ ਲੱਗਣਾ, ਗੁਰੂ ਤਾਂ ਵੀ ਦਿੰਦਾ ਹੈ। ਦਾਤਾਂ ਉਸ ਦੀਆਂ ਨੇ। ਹਾਂ, ਹੋਵੇਂ ਧਨਵਾਨ ਕਰੋੜਾਪਤੀ ਤੇ ਕੌਡੀ ਵੀ ਲਾਉਣ ਤੋਂ ਕਰੇ ਸੰਕੋਚ, ਫਿਰ ਤੇਰੇ ਅੰਦਰ ਸ਼ਰਧਾ ਦੀ ਕਮੀ ਹੋਵੇਗੀ। ਫਿਰ ਤੇਰੀ ਗੱਲ ਝੂਠੀ ਹੈ ਕਿ ਤੇਰੀ ਗੁਰੂ ਨਾਲ ਪ੍ਰੀਤ ਹੈ। ਨਹੀਂ, ਜਿਸ ਦੀ ਪ੍ਰੀਤ ਹੋਵੇ ਉਹ ਤਾਂ ਸਿਰ ਵੀ ਭੇਟਾ ਕਰ ਦਿੰਦਾ ਹੈ, ਸਰੀਰ ਵੀ ਭੇਟਾ ਕਰ ਦਿੰਦਾ ਹੈ। ਪ੍ਰੇਮ ਦੀਆਂ ਇਹ ਤਾਂ ਨਿਸ਼ਾਨੀਆਂ ਨੇ। ਸਰੀਰ ਪ੍ਰੇਮ ਨਾਲੋਂ ਕੀਮਤੀ ਨਹੀਂ, ਬਹੁਤ ਕੀਮਤੀ ਹੈ ਪਰ ਪ੍ਰੇਮ ਨਾਲੋਂ ਕੀਮਤੀ ਨਹੀਂ। ਪਦਾਰਥ ਤਾਂ ਬਹੁਤ ਪਿੱਛੇ ਰਹਿ ਗਏ। ਸਿਰ, ਸਰੀਰ, ਜੀਓ
ਪ੍ਰੇਮ ਵਿੱਚ ਭੇਟ ਚੜਾ ਦਿੱਤਾ ਜਾਂਦਾ ਹੈ। ਸਭ ਅਰਪਣ ਹੈ। ਜੇ ਪੱਲੇ ਕੁਝ ਨਹੀਂ ਤੇ ਗੁਰੂ ਕੋਈ ਭੁੱਖਾ ਨਹੀਂ। ਉਸ ਨੂੰ ਪਤਾ ਹੈ ਇਸ ਦੀ ਜੇਬ ਖਾਲੀ ਹੈ, ਪਰ ਲੱਖ ਲਾ ਕੇ ਚਿੱਪੀਆਂ ਵਿੱਚ ਮੋਹਰਾਂ ਜੋੜੀਆਂ ਹੋਣ ਤੇ ਆਖਣ ਜੀ ਸਾਡੇ ਪਾਸ ਕੁਝ ਨਹੀਂ ਸੀ, ਇਸ ਲਈ ਅਸੀਂ ਭੇਟਾ ਨਹੀਂ ਕਰ ਸਕੇ। ਤਾਂ ਗੁਰੂ ਆਖਦਾ ਇੰਜ ਕਰੋ, ਚਿੱਪੀਆਂ ਨੂੰ ਅੱਗ ਦਿਓ, ਗਰਮ ਕਰੋ, ਤੇ ਲਾਖ ਪਿਘਲ ਜਾਂਦੀ ਹੈ ਤੇ ਮੋਹਰਾਂ ਡਿੱਗ ਪੈਂਦੀਆਂ ਨੇ। ਸਵਾਲ ਹੈ ਤੇਰੇ ਈਮਾਨਦਾਰ ਬਣਨ ਦਾ, ਹੈ ਸੌਦਾ ਸਸਤਾ ਜੇ ਦੁਨਿਆਵੀ ਮੁੱਲ ਦੀ ਗੱਲ ਕਰੀਏ ਤਾਂ ਕਦੀ ਨਾਮਦੇਵ ਜੀ ਨੂੰ ਵੀ ਗੁਆਂਢਣ ਨੇ ਆਖਿਆ ਸੀ, ਜੈਸੇ ਸੁੰਦਰ ਛੱਪਰ ਵਿੱਚ ਤੈਨੂੰ ਟਿਕਾਣਾ ਮਿਲ ਗਿਆ ਹੈ ਨਾ, ਮੈਂ ਤੇਰੇ ਨਾਲੋਂ ਦੁੱਗਣੀ ਮਜ਼ਦੂਰੀ ਦੇਣ ਵਾਸਤੇ ਤਿਆਰ ਹਾਂ। ਜੇ ਉਸ ਬੇਡੀ ਦਾ ਤਰਖਾਣ ਦਾ ਐਡਰੈਸ ਮੈਨੂੰ ਦੱਸ ਦੇਵੇਂ ਤੇ ਮੈਂ ਵੀ ਉਹਨੂੰ ਬੁਲਾ ਲਵਾਂ। ਗੱਲ ਇਹ ਅੰਦਰੂਨੀ ਹੈ, ਬਾਹਰ ਦੀਆਂ ਚੌਂਪੜੀਆਂ ਦੀ ਨਹੀਂ। ਕਿਹਨੇ ਤੈਨੂੰ ਐਸੇ ਮੰਦਰ ਵਿੱਚ ਨਿਵਾਸ ਦੇ ਦਿੱਤਾ ਕਿ ਸਦਾ ਆਨੰਦ ਵਿੱਚ? ਤਾਂ ਨਾਮਦੇਵ ਜੀ ਆਖਣ ਲੱਗੇ, ਸੁਣ, ਪਹਿਲਾਂ ਪੁੱਛਣ ਵਾਲੀ ਉਸ ਗੁਆਂਢਣ ਦਾ ਪ੍ਰਸ਼ਨ ਸੁਣੋ। ਪਾੜ ਪੜੋਸਣ पूछ ले नामा, का पहचान छवाई हो, तो पह दुगनी मजूरी दहो, मौको बेडी देहो बताई हो। मजूरी भी एक मुल है किसी दी मेहनत दा। पर नामदेव जी ने आख्या, सुन री बाई बेडी देन न जाई, देख बेडी रहो समाई। देखण वाली बन जाए तो बेडी दूर नहीं रमिया होया है। बेडी प्रीत मजूरी मांगे, जो को छान छवावे हो। लोग कुटुंब सब होते तोरे, तो अपन बेडी आवे हो। जरा दुनिया तो उच्ची उठ, सुरत नूं उतां उठा। ओ प्रीत दी मजदूरी मंगदा है, यही कीमत है। भाई गुरदास जी ने लिखिया, आन हाट के हटुआ, लेत है घटाए मोल, देत हैं चढ़ाए, डहकत जोई आवे जी। आम दुकानदार सस्ती चीज़ खरीददा है ते महंगी वेचदा है, ते दुकान करन दा लाभ भी तां है कि वध तो वध कमाई कर सके। जो लै के गया है ਉਹਨੂੰ ਭਾਵੇਂ ਝੂਰਨਾ ਪਵੇ ਕਿ ਸਟੋਰ ਵੱਡੇ ਤੋਂ ਕਿਸੇ ਤੋਂ ਲੈ ਆਉਂਦਾ, ਗੋਦਾਮ ਤੋਂ ਸਸਤੀ ਮਿਲ ਜਾਣੀ ਸੀ। 300 ਬਨਜ ਕੀਏ ਬੜਤਾ ਨਾ ਪਾਵੇ ਕੋਊ, ਟੋਟਾ ਕੋ ਬਨਜ ਪੇਖ ਪੇਖ ਪਛਤਾਵੇ ਜੀ। ਘਾਟੇ ਬੰਦਾ ਸੌਦਾ ਦੇਖ ਗ੍ਰਾਹਕ ਪਛਤਾਉਂਦਾ। ਲੇਕਿਨ ਭਾਈ ਸਾਹਿਬ ਕਹਿੰਦੇ ਨੇ, ਕਾਠ ਹੂੰ ਕੀ ਹਾਂਡੀ, ਜੈਸੇ ਚੜ੍ਹੈ ਏਕੈ ਵਾਰ, ਕੋਊ ਕਪਟ ਵਿਵਹਾਰ ਕੀਏ ਆਪਹਿ ਲਖਾਵੇ ਜੀ। ਕੂੜ ਦਾ ਵਪਾਰ, ਠੱਗੀ, ਹੇਰਾ ਫੇਰੀ ਆਖਰ ਪ੍ਰਗਟ ਹੋ ਜਾਂਦੀ ਹੈ। ਲੱਕੜੀ ਦੀ ਹਾਂਡੀ ਕਿੰਨੀ ਕੁ ਵਾਰ ਅੱਗ ਤੇ ਚੜਾ ਲਓਗੇ। ਪਰ ਅਸਲੀ ਨੁਕਤੇ ਤੇ ਭਾਈ ਸਾਹਿਬ ਪੁੱਜੇ ਤੇ ਉਹਨਾਂ ਆਖਿਆ, ਸਤਿਗੁਰ ਸ਼ਾਹ ਗੁਣ ਵੇਚ ਅਵਗੁਣ ਲੇਤ। ਪੂਰਾ ਗੁਰੂ ਕੀ ਕਰਦਾ ਹੈ? ਗੁਣ ਬਖਸ਼ ਦਿੰਦਾ ਤੇ ਔਗੁਣ ਸਾਡੇ ਲੈ ਲੈਂਦਾ ਹੈ। ਇਹ ਸੌਦਾ ਘਾਟੇ ਬੰਦਾ ਹੈ ਕਿ ਲਾਹੇ ਬੰਦਾ ਹੈ? ਸੁਨ ਸੁਨ ਸੁਜਸ ਜਗ ਤੇ ਉੱਠ ਧਾਵੇ ਜੀ। ਪੂਰੇ ਗੁਰੂ ਨੇ ਨਾਮ ਦਾ ਹੱਟ ਲਾਇਆ ਹੋਇਆ ਹੈ। ਨਾਨਕ ਕਹਿ ਘਰ ਕੇਵਲ ਨਾਮ, ਵਿਕਾਰ ਛੱਡਿਆਓ ਨਿਰੰਕਾਰ ਲਿਓ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਇਸ ਪਾਸੇ ਧਿਆਨ ਦੇ, ਨਹੀਂ ਤੇ ਪਛਤਾਉਣਾ ਪਵੇਗਾ। ਫਿਰ ਪਾਛੈ ਪਛਤਾਹੋਗੇ, ਪ੍ਰਾਨ ਜਾਹੇਂਗੇ ਛੂਟ। ਆਪਣੇ ਮੂਲ ਤੋਂ, ਅਸਲੀ ਮਕਸਦ ਤੋਂ ਜਿਹੜਾ ਵੀ ਪ੍ਰਾਣੀ ਭੁੱਲਿਆ ਹੈ, ਉਸ ਨੂੰ ਪਛਤਾਉਣਾ ਤਾਂ ਪਿਆ ਹੀ ਹੈ। ਪਛਤਾਵਾ ਨਿਸ਼ਚਿਤ ਹੈ। ਸੋ ਮਾਲਕ ਦੇ ਨਾਮ ਦੀ ਲੁੱਟ ਤੋਂ ਅਗਰ ਅਸੀਂ ਭੁੱਲ ਗਏ ਤਾਂ ਖੁਦ ਲੁੱਟੇ ਜਾਵਾਂਗੇ। ਜ਼ਿੰਦਗੀ ਦੀ ਸਵਾਸਾਂ ਦੀ ਪੂੰਜੀ ਲੁੱਟੀ ਜਾਏਗੀ ਤੇ ਜਿਹੜਾ ਲੁੱਟਿਆ ਜਾਂਦਾ ਹੈ ਉਹ ਪਛਤਾਏਗਾ ਤਾਂ ਸਹੀ। ਪੱਲੇ ਕੁਝ ਵੀ ਨਾ ਨਿਕਲਿਆ ਤੇ ਪ੍ਰਾਣ ਪੰਖੇਰੂ ਉੱਡ ਗਏ। ਪ੍ਰਾਨ ਜਾਹੇਂਗੇ
ਛੂਟ। 42ਵੇਂ ਸ਼ਲੋਕ ਅੰਦਰ ਕਬੀਰ ਸਾਹਿਬ ਕਹਿੰਦੇ ਹਨ, ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗੇ, ਪਾਂਚੋ ਲੜਕਾ ਜਾਰ ਕੈ, ਰਹਿ ਰਾਮ ਲਿਵ ਲਾਗ। ਪਰ ਨਾਮ ਦਾ ਸਰਮਾਇਆ ਇਕੱਠਾ ਕਰਨ ਲਈ ਇਹ ਸ਼ਰਤ ਹੈ, ਆਪਣੀ ਹਉ ਨੂੰ ਜਲਾ ਦੇਣਾ। ਤੇ ਆਪਣੇ ਘਰ ਨੂੰ ਅੱਗ ਕੌਣ ਲਾਉਂਦਾ? ਮੰਨ ਲਿਆ ਹੈ ਅਸੀਂ ਹੰਕਾਰ ਦੇ ਪਸਾਰੇ ਨੂੰ ਹੀ ਆਪਣਾ ਘਰ, ਔਰ ਭੁੱਲ ਗਏ ਹਾਂ। ਕਬੀਰ ਬੀਜਕ ਦਾ ਫਿਰ ਇੱਕ ਬਚਨ ਮੈਨੂੰ ਯਾਦ ਆਉਂਦਾ ਹੈ, ਵਿਸ਼ੈ ਪਿਆਰੇ ਪ੍ਰੀਤ ਸੇ, ਤਬ ਲਗ ਗੁਰਮੁਖ ਨਾਹਿ, ਜਬ ਅੰਤਰ ਸਤਗੁਰ ਬਸੈ, ਵਿਸ਼ਿਆਂ ਸੇ ਰੁਚ ਨਾਹਿ। ਇਹ 5 ਵਿਸ਼ੇ ਵਿਕਾਰ ਮਾਇਆ ਦੇ ਪੁੱਤਰ ਜਿਹੜੇ ਹਨ, 5 ਲੜਕੇ, ਇਹਨਾਂ ਨੂੰ ਜਲਾ ਕੇ ਰਾਖ ਕਰਨ ਵਾਸਤੇ ਗੁਰੂ ਦੀ ਮੱਤ ਗ੍ਰਹਿਣ ਕਰਨੀ ਪਵੇਗੀ। ਜਦੋਂ ਸਤਿਗੁਰੂ ਅੰਦਰ ਵਸ ਜਾਏ ਤਾਂ ਵਿਸ਼ਿਆਂ ਸੇ ਰੁਚ ਨਾ ਹੈ। ਆਪਾ ਮਿਟਾਓਗੇ ਨਿਰੰਕਾਰ ਮਿਲੇਗਾ। ਆਪ ਗਵਾਈਐ ਤਾਂ ਸ਼ਹੁ ਪਾਈਐ, ਔਰ ਕੈਸੀ ਚਤੁਰਾਈ। ਆਪਣੀ ਹਉ ਨੂੰ ਦੇ ਅਧਿਆਸ ਨੂੰ ਅੱਗ ਲਾ ਕੇ ਸਾੜ ਦੇਵੇ, ਐਸਾ ਕੋਈ ਨਹੀਂ। ਇਹ ਇੱਕ ਆਖਣ ਦਾ ਢੰਗ ਹੈ। ਕੌਣ ਹੈ ਐਸਾ? ਮਤਲਬ ਇਹ ਹੁੰਦਾ ਹੈ ਕਿ ਕੋਈ ਟਾਵਾਂ ਹੋਵੇਗਾ, ਵਿਰਲਾ ਹੋਵੇਗਾ। ਨਹੀਂ ਤੇ ਮਨੁੱਖ ਆਪਣੀ ਮੈਂ ਨੂੰ, ਆਪਣੀ ਹਉ ਨੂੰ ਹਰ ਹਾਲਤ ਵਿੱਚ ਬਚਾਈ ਰੱਖਦਾ ਹੈ। ਮਾਇਆ ਤਿਆਗ ਦੇਗਾ, ਮੈਂ ਨਹੀਂ ਤਿਆਗੇਗਾ। ਤੇ ਭਗਤ ਜੀ ਨੇ ਆਖਿਆ, ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਲੇਕਿਨ ਸੱਚ ਇਹੀ ਹੈ ਕਿ ਆਪਣੀ ਮੈਂ ਨੂੰ ਜਲਾ ਕੇ ਰਾਖ ਕਰ ਦੇਣ ਵਾਲਾ ਹੀ ਉਸ ਰਖਵਾਲੇ ਪਰਮੇਸ਼ਰ ਦਾ ਰੂਪ ਬਣ ਸਕਦਾ ਹੈ। ਹੈਨ ਉਹ ਟਾਵੇਂ ਪੁਰਸ਼, ਕੋਈ ਆਮ ਨਹੀਂ। ਕਬੀਰ ਐਸਾ ਕੋਈ ਨਾ ਜਨਮਿਓ, ਭਾਵ ਵਿਰਲਾ ਹੀ ਹੁੰਦਾ ਹੈ। ਆਪਣੇ ਘਰ ਲਾਵੇ ਆਗੇ, ਪਾਂਚੋ ਲੜਕਾ ਜਾਰ ਕੈ, ਰਹਿ ਰਾਮ ਲਿਵ ਲਾਗ। ਪਹਿਲਾਂ ਮੈਂ ਨੂੰ ਜਲਾਵੇ ਜਿਸ ਵਿੱਚ ਇਹਨੇ ਵਾਸ ਪਾ ਲਿਆ ਹੈ, ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਦੇ 5 ਹੀ ਪੁੱਤਰਾਂ ਨੂੰ ਸਾੜ ਕੇ ਰੱਖ ਦੇਵੇ, ਪ੍ਰਭੂ ਦੀ ਯਾਦ ਵਿੱਚ ਸੁਰਤ ਜੋੜੀ ਰੱਖੇ। ਐਸੇ ਟਾਵੇਂ ਪੁਰਸ਼ ਹਨ। ਪਰ ਜਿਨ੍ਹਾਂ ਨੇ ਇਹ ਕਾਰਨਾਮਾ ਜ਼ਿੰਦਗੀ ਦਾ ਕਰ ਲਿਆ, ਮੈਂ ਮਿਟਾ ਲਈ, ਅਸਲ ਜ਼ਿੰਦਗੀ ਦਾ ਸਾਧ ਉਹਨਾਂ ਨੇ ਹੀ ਜਾਣਿਆ। ਇੱਕ ਵਿਦਵਾਨ ਦਾ ਕਥਨ ਹੈ, ਵਾਕਿਆ ਯਹ ਦੋਨੋਂ ਆਲਮ ਮੇਂ ਰਹੇਗਾ ਯਾਦਗਾਰ। वाकया यह दोनों आलम में रहेगा यादगार, जिंदगी मैंने हासिल की है मर जाने के बाद। मैं मिटाउण तो बाद मालक नाल अभेद होया ही असली जिंदगी मिलदी है, जिस दे उपर काल दा कोई जोर नहीं। एक होर सियाणे ने आख्या, खाक सारी का है गाफिल, बहुत ऊंचा मरतबा। ਮੈਂ ਮਿਟਾਉਣ ਨਾਲ ਕੁਝ ਨਹੀਂ ਗਵਾਚਦਾ, ਥੋੜਾ ਸਾਵਧਾਨ ਹੋ, ਇਹ ਤਾਂ ਇੱਕ ਬੜਾ ਵੱਡਾ ਰੁਤਬਾ ਹੈ। ਖਾਕ ਸਾਰੀ ਕਾ ਹੈ ਗਾਫਿਲ, ਬਹੁਤ ਊਂਚਾ ਮਰਤਬਾ, ਇਹ ਜ਼ਮੀਨ ਉਹ ਹੈ ਜਿਸ ਪਰ ਆਸਮਾਂ ਕੋਈ ਨਹੀਂ, ਇਸ ਤੋਂ ਉੱਪਰ ਫਿਰ ਹੋਰ ਕੁਝ ਵੀ ਨਹੀਂ। ਪਰ ਹੈਨ ਵਿਰਲੇ, ਕੋਈ ਕੋਈ ਐਸਾ ਹੈ, ਪਾਂਚੋ ਲੜਕਾ ਜਾਰ ਕੈ, ਰਹਿ ਰਾਮ ਲਿਵ ਲਾਗ, ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਨੂੰ ਜਲਾ ਕੇ ਉਸ ਹਰੀ ਪਰਮੇਸ਼ਰ ਨਾਲ ਲਿਵ ਲਾ ਕੇ ਜਿਉਂਦਾ ਹੈ। 43ਵੇਂ ਸ਼ਲੋਕ ਵਿੱਚ ਕਬੀਰ ਸਾਹਿਬ ਫਰਮਾਨ ਕਰਦੇ ਨੇ, ਕੋ ਹੈ ਲੜਕਾ ਵੇਚਈ, ਲੜਕੀ ਵੇਚੈ ਕੋਏ।
ਇਸ ਤੋਂ ਪਹਿਲੇ ਸ਼ਲੋਕ ਵਿੱਚ ਲੜਕਾ ਸ਼ਬਦ ਬਹੁਵਚਨ ਵਿੱਚ ਆਇਆ ਹੈ, ਪਾਂਚੋ ਲੜਕਾ ਜਾਰਕ ਹੈ। ਉਹੀ ਅਸੂਲ ਇਸ ਸ਼ਲੋਕ ਵਿੱਚ ਹੈ। ਪਾਂਚੋ ਲੜਕਿਆਂ ਨੂੰ, ਮਾਇਆ ਦੇ ਪੰਜੇ ਪੁੱਤਰਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ, ਲੜਕੀਆਂ ਆਸਾ ਤ੍ਰਿਸ਼ਨਾ ਈਰਖਾ, ਮਾਇਆ ਦੇ ਪ੍ਰਭਾਵ ਵਿੱਚੋਂ ਨਿਕਲੀਆਂ ਹੋਈਆਂ ਇਸਤਰੀ ਵਾਚਕ ਔਗਣਾਂ ਦੀਆਂ ਜਮਦੂਤਣਾ, ਇਹ ਵੀ ਬੇਕਾਰ ਨੇ। ਇਹਨਾਂ ਨੂੰ ਕੋਈ ਵੇਚ ਦੇਵੇ, ਨਾਮ ਧਨ ਦੇ ਵੱਟੇ ਵਿੱਚ ਦੇ ਦੇਵੇ, ਗੁਰੂ ਅੱਗੇ ਰੱਖ ਦੇਵੇ। ਜਿਵੇਂ ਸਿੰਗਲਾਦੀਪ ਦੇ ਰਾਜੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਸੀ, ਤੇਰੇ ਰਾਜ ਦੀ ਲੋੜ ਨਹੀਂ, ਤੇਰੇ ਧਨ ਦੀ ਜ਼ਰੂਰਤ ਨਹੀਂ, ਜਿਹੜਾ ਮੇਰਾ ਮੇਰਾ ਲਾ ਰੱਖਿਆ ਹੈ ਨਾ, ਇਹ ਮੈਂ ਸਾਨੂੰ ਦੇ ਦੇ। ਪੂਰਾ ਗੁਰੂ ਔਗਣਾਂ ਚੋਂ ਕੱਢ ਗੁਣਾਂ ਨਾਲ ਭਰਦਾ ਹੈ। ਕੋਈ ਇਹਨਾਂ ਨੂੰ ਵੇਚ ਦੇਵੇ ਗੁਰੂ ਦੇ ਅੱਗੇ, ਗੁਰੂ ਅੱਗੇ ਰੱਖ ਦੇਵੇ। ਸਤਿਗੁਰ ਸ਼ਾਹ ਗੁਣ ਵੇਚ ਅਵਗੁਣ ਲੇਤ, ਸੁਨ ਸੁਨ ਸੁਜਸ ਜਗ ਤੇ ਉੱਠ ਧਾਵੈ ਜੀ। ਜਿਨ੍ਹਾਂ ਨੂੰ ਸਮਝ ਹੈ ਫਿਰ ਉਹ ਗੁਰੂ ਵਾਲਾ ਪਾਸਾ ਅਖਤਿਆਰ ਕਰਦੇ ਨੇ। ਔਗਣ ਮੇਰੇ ਮਿਟ ਜਾਣਗੇ ਤੇ ਗੁਣ ਮੈਨੂੰ ਮਿਲ ਜਾਣਗੇ। ਕੋਈ ਹੈ ਐਸਾ ਜੋ ਪੰਜਾਂ ਲੜਕਿਆਂ ਨੂੰ, ਮਾਇਆ ਦੇ ਪੁੱਤਰਾਂ ਨੂੰ, ਤੇ ਆਸਾ ਤ੍ਰਿਸ਼ਨਾ ਈਰਖਾ ਆਦਿ ਦੀਆਂ ਲੜਕੀਆਂ ਨੂੰ, ਮਾਇਆ ਦੀਆਂ ਧੀਆਂ ਨੂੰ ਨਾਮ ਦੇ ਵੱਟੇ ਵਿੱਚ ਵੇਚ ਦੇਵੇ ਤੇ ਨਾਮ ਦਾ ਸੌਦਾ ਖਰੀਦਣ ਵਾਸਤੇ ਆਸਾ ਤ੍ਰਿਸ਼ਨਾ ਗਵਾਉਣ ਲਈ ਤਿਆਰ ਹੋਵੇ। ਅਗਰ ਕੋਈ ਐਸਾ ਹੈ, ਸਾਂਝਾ ਕਰੇ ਕਬੀਰ ਸਿਉ ਹਰ ਸੰਗ ਬਨਜ ਕਰੇ। ਕਬੀਰ ਜੀ ਕਹਿੰਦੇ ਨੇ, ਐਸਾ ਵਪਾਰੀ ਮਨੁੱਖ ਤਾਂ ਮੇਰੇ ਨਾਲ ਵੀ ਸਤਸੰਗ ਦੀ ਸਾਂਝ ਬਣਾ ਲਵੇ, ਉਸ ਨਾਲ ਮੇਰਾ ਸੰਗ ਬਣ ਆਉਂਦਾ ਹੈ। ਜਿਹੜਾ ਆਪਣੇ ਵਿਕਾਰ ਮੇਰੇ ਪਾਸ ਛੱਡ ਜਾਏ, ਆ ਕੇ ਉਂਝ ਦਾ ਉਂਝ ਹੀ ਨਾ ਪਰਤ ਜਾਏ। ਜਿਵੇਂ ਕੋਈ ਤੁੰਮੀ 68 ਤੀਰਥਾਂ ਦੇ ਪਾਣੀ ਵਿੱਚ ਕੋਈ ਇਸ਼ਨਾਨ ਕਰਵਾ ਲਿਆਏ ਤੁੰਮੀ ਦਾ, ਤੇ ਰਹੇ ਫਿਰ ਕੌੜੀ ਦੀ ਕੌੜੀ, ਉਸ ਦੀ ਵਿਸ ਨਾ ਜਾਵੇ। ਸਾਧੂ ਦੇ ਪਾਸ ਜਾ ਕੇ ਵੀ ਅਗਰ ਉਸੇ ਤਰ੍ਹਾਂ ਦੇ ਪਰਤ ਆਏ ਹੋ ਤਾਂ ਜਾਣ ਦਾ ਲਾਭ ਕੋਈ ਵੀ ਨਾ ਹੋਇਆ, ਖਟਿਆ ਕੀ। ਲੋਹਾ ਪਾਰਸ ਦੇ ਪਾਸ ਜਾ ਕੇ ਵੀ ਸੋਨਾ ਨਾ ਬਣੇ ਤਾਂ ਇਸ ਦਾ ਅਰਥ ਇੱਕੋ ਹੈ, ਉਸਨੇ ਸੰਗ ਕੀਤਾ ਨਹੀਂ। ਜੇ ਸੰਗ ਸਪਰਸ਼ ਕਰ ਲੈਂਦਾ ਤੇ ਜ਼ਰੂਰ ਸੋਨਾ ਬਣ ਜਾਂਦਾ। ਗੱਲਾਂ ਕੋਈ ਕਰੇ ਬੂਟਾ ਕਿ ਮੈਂ ਚੰਦਨ ਦੇ ਪਾਸ ਸਾਰੀ ਉਮਰ ਰਿਹਾ, ਇੱਕ ਬਾਂਸ ਨੂੰ ਛੱਡ ਕੇ। ਬਾਂਸ ਦੇ ਤਾਂ ਆਪਣੇ ਹੀ ਔਗਣ ਨੇ, ਆਪਾਂ ਪਿੱਛੇ ਵਿਚਾਰ ਕਰ ਚੁੱਕੇ ਹਾਂ ਕਬੀਰ ਜੀ ਦੇ ਬਚਨਾਂ ਵਿੱਚ ਹੀ, ਕਿ ਉਹ ਗੁਣ ਗ੍ਰਹਿਣ ਕਰਦਾ ਹੀ ਨਹੀਂ। ਪਰ ਕੋਈ ਹੋਰ ਬੂਟਾ ਆਖੇ ਮੈਂ ਤਾਂ ਪਾਸ ਰਿਹਾ ਹਾਂ ਤੇ ਗੁਣ ਪੱਲੇ ਚੰਦਨ ਵਾਲਾ ਇੱਕ ਵੀ ਨਾ ਹੋਵੇ, ਤਾਂ ਉਹ ਸੰਗ ਝੂਠਾ ਸੀ। ਅੰਗ ਅੰਗ ਪਲਟੈ ਨਹੀਂ ਤੋ ਹੈ ਝੂਠਾ ਸੰਗ। ਸੰਗ ਤਾਂ ਰੰਗ ਭਰ ਦਿੰਦਾ ਹੈ ਔਰ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਕਹਿੰਦੇ ਨੇ, ਦੁਨੀਆ ਦਾ ਬਾਂਸ ਤਾਂ ਐਸਾ ਹੈ ਕਿ ਚੰਦਨ ਉਸ ਨੂੰ ਆਪਣੇ ਗੁਣ ਨਹੀਂ ਦੇ ਸਕਦਾ, ਕਿਉਂਕਿ ਉਹ ਲੈਂਦਾ ਨਹੀਂ। ਲੇਕਿਨ ਜੇ ਗੁਰੂ ਦਾ ਸੰਗ ਕੋਈ ਕਰਨ ਲੱਗ ਪਏ, ਬਾਂਸ ਵਰਗਾ ਵੀ ਹੋਇਆ ਤਾਂ ਵੀ ਚੰਦਨ ਹੋ ਜਾਏਗਾ। ਗੁਰਮਤਿ ਸਤ ਕਰ ਸਿੰਬਲ ਸਫਲ ਪਏ, ਅਨਹੋਣੀਆਂ ਗੱਲਾਂ ਹੋ ਜਾਣਗੀਆਂ। ਸਿੰਬਲ ਨੂੰ ਅਫਲ ਗਿਣਿਆ ਜਾਂਦਾ ਹੈ, ਕਿਉਂਕਿ ਉਸ ਦਾ ਫਲ ਕਿਸੇ ਕੰਮ ਦਾ ਨਹੀਂ ਹੁੰਦਾ। ਪਰ ਭਾਈ ਸਾਹਿਬ ਕਹਿੰਦੇ ਨੇ, ਜੇ ਗੁਰੂ ਦੀ ਮੱਤ ਨੂੰ ਸਤ ਕਰਕੇ ਕੋਈ ਜ਼ਿੰਦਗੀ ਵਿੱਚ ਅਪਣਾ ਲਵੇ, ਗੁਰੂ ਕਾ ਸੰਗੀ ਬਣ ਜਾਏ, ਤਾਂ ਉਹ ਸਫਲ ਸਿੰਬਲ ਵੀ ਸਫਲ ਹੋ ਜਾਏਗਾ, ਉਹ ਬਾਂਸ ਵੀ ਸੁਗੰਧੀ ਨਾਲ ਭਰ ਜਾਏਗਾ। ਗੁਰਮਤਿ ਸਤ ਕਰ ਸਿੰਬਲ ਸਫਲ ਭਏ, ਗੁਰਮਤਿ ਸਤ ਕਰ ਬਾਂਸ ਮੈਂ ਸੁਗੰਧ ਹੈ, ਗੁਰਮਤਿ ਸਤ ਕਰ ਕੰਚਨ ਮਨੂਰ ਪਏ। ਜਿਹੜਾ ਸੜਿਆ ਹੋਇਆ ਲੋਹਾ ਮਨੂਰ ਸੀ,
ਉਹ ਵੀ ਸੋਨਾ ਬਣ ਜਾਏ। ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਿਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ, ਨਾਨਕ ਤ੍ਰਿਸ਼ਟਿਸ ਦੇਹਾ। ਗੁਰਮਤਿ ਸਤ ਕਰ ਕੰਚਨ ਮਨੂਰ ਭਏ, ਗੁਰਮਤਿ ਸਤ ਕਰ ਪਰਖਤ ਅੰਧ ਹੈ। ਅੰਧੇ ਨੂੰ ਵੀ ਨੇਤਰ ਮਿਲ ਜਾਣ ਕਿ ਉਹ ਸੱਚ ਦਾ ਪਾਰਖੂ ਹੋ ਜਾਏ। ਗੁਰਮਤਿ ਸਤ ਕਰ ਕਾਲਕੂਟ ਅੰਮ੍ਰਿਤ ਹਵੈ, ਜ਼ਹਿਰ ਵੀ ਅੰਮ੍ਰਿਤ ਬਣ ਜਾਏ। ਵੈਦ ਦੇ ਪਾਸ ਜਿਸ ਵੇਲੇ ਮੋਹਰਾ ਆਉਂਦਾ ਹੈ, ਸੰਖੀਆ ਆਉਂਦਾ ਹੈ, ਜੋ ਮਾਰ ਦੇਵੇ ਕੋਈ ਖਾ ਲਵੇ ਤਾਂ ਉਸ ਦਾ ਵੀ ਉਹ ਕੁਸ਼ਤਾ ਬਣਾ ਲੈਂਦਾ ਹੈ। ਗੁਰੂ ਨੂੰ ਇਹ ਜਾਚ ਹੈ ਮਨਮੁਖ ਨੂੰ ਵੀ ਗੁਰਮੁਖ ਬਣਾ ਲੈਣ ਦੀ। ਕਾਲ ਮੈਂ ਅਕਾਲ ਭਏ ਅਸਥਿਰ ਕੰਧ ਹੈ। ਇਸ ਕਾਲ ਦੇ ਪਸਾਰੇ ਵਿੱਚ ਵਿਚਰਦਿਆਂ ਵੀ ਗੁਰੂ ਅਕਾਲ ਨਾਲ ਜੋੜ ਕਾਲ ਤੋਂ ਮੁਕਤ ਕਰ ਦੇਵੇਗਾ। ਗੁਰਮਤਿ ਸਤ ਕਰ ਜੀਵਨ ਮੁਕਤ ਭਏ, ਮਾਇਆ ਮੈਂ ਉਦਾਸ ਬਾਸ ਬੰਧ ਨਿਰਬੰਧ ਹੈ। ਕਬੀਰ ਸਾਹਿਬ ਕਹਿੰਦੇ ਨੇ ਇੱਕ ਸ਼ਰਤ ਤਾਂ ਪੂਰੀ ਕਰੋ ਕਿ ਜਿਹੜੇ ਮਾਇਆ ਦੇ ਪੁੱਤਰ ਪੁੱਤਰੀਆਂ ਤੁਹਾਡੇ ਅੰਦਰ ਵਸ ਗਏ ਨੇ, ਇਹਨਾਂ ਨੂੰ ਤਾਂ ਕੱਢੋ, ਇਹਨਾਂ ਨੂੰ ਵੇਚੋ, ਮੈਂ ਲੈਣ ਲਈ ਤਿਆਰ ਹਾਂ। ਆਪਣਾ ਹੰਕਾਰ ਮੇਰੇ ਪਾਸ ਛੱਡ ਜਾਓ। ਕਬੀਰ ਜੀ ਨੂੰ ਇਹ ਹੰਕਾਰ ਕੁਝ ਨਹੀਂ ਕਹੇਗਾ। ਲੋਭ ਮੋਹ ਮੇਰੇ ਪਾਸ ਛੱਡ ਜਾਓ, ਨਾਮ ਲੈ ਜਾਓ, ਐਸੀ ਲੁੱਟ ਲੁੱਟਣ ਵਾਲੇ ਬਣੋ, ਮੇਰੇ ਨਾਲ ਸਾਂਝ ਬਣਾਓ ਜੇ ਐਸੇ ਹੋ। ਸ਼ਰਤ ਇਹੀ ਹੈ ਕਿ ਮਾਇਆ ਦੇ ਇਹ ਪੁੱਤਰ ਪੁੱਤਰੀਆਂ ਛੱਡਣੇ ਪੈਣਗੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਈਰਖਾ ਬਖੀਲੀ, ਇਹ ਮੇਰੇ ਪਾਸ ਛੱਡ ਜਾਓ ਤ੍ਰਿਸ਼ਨਾਵਾਂ। ਕੋ ਹੈ ਲੜਕਾ ਵੇਚਈ, ਲੜਕੀ ਵੇਚੈ ਕੋਏ, ਸਾਂਝਾ ਕਰੇ ਕਬੀਰ ਸਿਉ ਹਰ ਸੰਗ ਬਨਜ ਕਰੇ। ਤਾਂ ਫਿਰ ਉਸ ਦਾ ਵਪਾਰ ਮੇਰੇ ਨਾਲ ਕੀ ਨਿਰੰਕਾਰ ਨਾਲ ਬਣ ਜਾਏਗਾ। ਉਸ ਦੇ ਪੱਲੇ ਮੈਂ ਪ੍ਰਮਾਤਮਾ ਦਾ ਨਾਮ ਪਾ ਦੇਵਾਂ, ਪਰ ਇਹ ਲੈਣ ਵਾਸਤੇ ਵੀ ਸ਼ਰਤ ਤਾਂ ਪੂਰੀ ਕਰਨੀ ਹੋਵੇਗੀ। ਪਰ ਨਾਲ ਹੀ ਕਬੀਰ ਜੀ ਨੇ ਸਾਵਧਾਨ ਵੀ ਕੀਤਾ, ਅਗਰ ਤੂੰ ਐਸਾ ਨਹੀਂ ਕਰਨ ਨੂੰ ਤਿਆਰ ਤਾਂ ਦੂਜੀ ਗੱਲ ਯਾਦ ਰੱਖ। ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਏ, ਪਾਛੈ ਭੋਗ ਜੋ ਭੋਗਵੇ ਤਿਨ ਕੋ ਗੁੜ ਲੈ ਖਾਏ। ਕਹਿੰਦੇ ਨੇ ਮੈਂ ਇੱਕ ਚੇਤਾਵਨੀ ਦਿੰਦਾ, ਯਾਦ ਦਹਾਨੀ ਕਰਵਾਉਂਦਾ ਕਿ ਮਤਾਂ ਤੇਰੇ ਅੰਦਰ ਇਹ ਸਹਸਾ ਰਹਿ ਜਾਏ, ਹਸਰਤ ਰਹਿ ਜਾਏ, ਭਰਮ ਰਹਿ ਜਾਵੇ। ਕੀ ਕਿ ਹੁਣ ਤੱਕ ਜਿਹੜੇ ਤੂੰ ਭੋਗ ਭੋਗੇ ਹਨ ਉਹ ਕੋਈ ਤੇਰੀ ਪ੍ਰਾਪਤੀ ਨਹੀਂ। ਮਤਾਂ ਭੁਲੇਖੇ ਵਿੱਚ ਰਹੇ ਕਿ ਦੌਲਤ ਬੜੀ ਇਕੱਠੀ ਕਰ ਲਈ, ਕਿ ਮਹੱਲ ਵੱਡੇ ਬਣਾ ਲੈ, ਕਿ ਦੁਨੀਆ ਵਿੱਚ ਸ਼ੋਹਰਤ ਬੜੀ ਬਣ ਗਈ ਹੈ, ਲੋਕ ਮੇਰੇ ਪਿੱਛੇ ਚੱਲਦੇ ਨੇ, ਜੈ ਜੈਕਾਰ ਕਰਦੇ ਨੇ। ਨਹੀਂ ਨਹੀਂ, ਭੁਲੇਖੇ ਵਿੱਚ ਮਤਾਂ ਸਮਝੇ ਕਿ ਬੜੀਆਂ ਮੌਜਾਂ ਮਾਣ ਲਈਆਂ ਨੇ, ਤੂੰ ਪਦਾਰਥ ਭੋਗਣ ਦੇ ਵਾਸਤੇ ਕਾਬਿਲ ਹੋ ਗਿਆ ਹੈ, ਤੈਨੂੰ ਪਦਾਰਥ ਮਿਲ ਗਏ ਨੇ। ਨਹੀਂ, ਇਹਨਾਂ ਦੀ ਪਾਇਆ ਇੰਨੀ ਕੁ ਹੈ ਸਮਰੱਥਾ ਜਾਂ ਮੁੱਲ ਇੰਨਾ ਕੁ ਹੈ। ਜਿਵੇਂ ਕੋਈ ਕਿਸੇ ਦੁਕਾਨ ਤੋਂ ਸੌਦਾ ਲੈਣ ਲਈ ਗਿਆ, ਇਹ ਪੁਰਾਣਾ ਰਿਵਾਜ ਸੀ ਪਿੰਡਾਂ ਦੀਆਂ ਦੁਕਾਨਾਂ ਵਿੱਚ ਵੀ। ਕੋਈ ਬੱਚਾ ਮਾਪੇ ਭੇਜਦੇ ਸੌਦਾ ਲੈਣ ਲਈ ਦੁਕਾਨ ਤੇ ਦੁਕਾਨਦਾਰ ਨੂੰ ਇੱਕ ਜਾਂਚ ਸੀ, ਜੁਗਤ ਸੀ, ਉਸ ਪਾਸੇ ਸਿਆਣਪ ਸੀ ਕਿ ਬੱਚੇ ਨੂੰ ਰੂੰਗੇ ਦਾ ਲਾਲਚ ਹੁੰਦਾ ਹੈ। ਥੋੜ੍ਹਾ ਮਰੂੰਡਾ ਦੇ ਦਿਆਂ, 2 ਪਤਾਸੇ ਦੇ ਦਿਆਂ, 4 ਫੁੱਲੀਆਂ ਦੇ ਦਾਣੇ ਦੇ ਦੇਵਾਂ, ਜਾਂ ਮੂੰਗਫਲੀ ਦੀ ਮੁੱਠ ਭਰ ਕੇ ਦੇ ਦਿਆਂ, ਬੱਚਾ ਖਾਏਗਾ। ਕੱਲ੍ਹ ਨੂੰ ਮਾਪੇ ਫਿਰ ਕੁਝ ਲੈਣ ਭੇਜਣਗੇ ਤੇ ਦੌੜ ਕੇ ਮੇਰੀ ਦੁਕਾਨ ਤੇ ਆਵੇਗਾ। ਇਹਨੂੰ ਆਖਦੇ ਸਨ ਰੂੰਗਾ ਦੇਣਾ ਜਾਂ ਝੂੰਗਾ ਦੇਣਾ। ਗੁੜ ਦੀ ਰੇਹੜੀ ਦੇ ਦੇਣੀ। ਪਿੰਡਾਂ ਦੇ ਬੱਚੇ ਗੁੜ ਖਾ ਕੇ ਵੀ ਉਹਨਾਂ ਦਿਨਾਂ ਵਿੱਚ ਬੜੇ ਖੁਸ਼। ਕਬੀਰ ਸਾਹਿਬ ਕਹਿੰਦੇ ਨੇ ਜਿਹੜੇ ਪਦਾਰਥ ਭੋਗ ਕੇ ਤੂੰ ਸੋਚਣਾ ਨਾ ਬੜੀ ਪ੍ਰਾਪਤੀ ਹੈ, ਇਹਨਾਂ ਦਾ ਮੁੱਲ, ਇਹਨਾਂ ਦੀ ਕੀਮਤ, ਇਹਨਾਂ ਦੀ ਪਾਇਆ ਇੰਨੀ ਕੁ ਹੈ ਜਿਵੇਂ ਕਿਸੇ ਹੱਟੀ ਤੋਂ ਸੌਦਾ ਲੈ ਕੇ ਤੇਰਾ ਤੱਕ ਝੂੰਗਾ ਲੈ ਕੇ ਗੁੜ ਖਾ ਲਵੇ।
पाछै भोग जो भोगवे तिनको गुड़ लै खाहे। चेतावनी है तैनू मतां भुलेखे विच रहें। जिन्हां भोगां नूं बहुत कीमती समझदा है, ਇਹ ਕੇਵਲ ਰੂੰਗੇ ਜਾਂ ਝੂੰਗੇ ਦੇ ਸਮਾਨ ਹਨ। ਤੂੰ ਲੱਖ ਆਖੇ ਬੜੇ ਕੀਮਤੀ ਨੇ, ਤੇਰੇ ਆਖਣ ਨਾਲ ਕੁਝ ਨਹੀਂ ਬਦਲ ਜਾਣਾ। ਇੱਕ ਆਦਮੀ ਤੂਫਾਨ ਨੂੰ ਆਖੇ ਕਿ ਇਹ ਮੌਜੇ ਨਸੀਮ ਹੈ, ਖੁਸ਼ਬੂ ਭਰੀ ਹਵਾ ਹੈ, ਤੇ ਉਸ ਦੇ ਆਖਣ ਨਾਲ ਤੂਫਾਨ ਕੋਈ ਬਦਲ ਥੋੜੀ ਜਾਏਗਾ। ਇੱਕ ਸਿਆਣੇ ਨੇ ਆਖਿਆ ਹੈ, ਬਾਦੇ ਸਰਸਰ ਕੋ बादे सरसर आखदे ने हनेरी अंधड़ तूफान। बादे सरसर को अगर तुमने कहा मौजे नसीम के बड़ी खुशबू भरी हवा है, बादे सरसर को अगर तुमने कहा मौजे नसीम, इससे मौसम में कोई फर्क नहीं आएगा। इस नाल कोई मौसम नहीं बदल जाना। मित्रा सावधान हो, तेरे आखण दी गल नहीं, सच्चाई नूं समझण दी जरूरत है। 45वां श्लोक। कबीर मैं जान्यो पढ़बो भलो, पढ़बे स्यों पल जोग, भगत न छाडो राम की भावें निंदो लोग। कबीर जी रहे काशी विच, ते काशी सी विद्या दा और कर्म कांड दा एक गढ़। ਉੱਚੀ ਜ਼ਾਤ ਵਾਲੇ ਸ਼ੂਦਰ ਨੂੰ ਤਾਂ ਵਿਦਿਆ ਪੜ੍ਹਨ ਦਾ ਅਧਿਕਾਰ ਹੀ ਨਹੀਂ ਸਨ ਦਿੰਦੇ, ਪਰ ਵਿਦਿਆ ਪੜ੍ਹਨ ਵਾਲਿਆਂ ਨੂੰ ਵੇਖ ਕੇ ਕਬੀਰ ਜੀ ਕਹਿੰਦੇ ਨੇ, ਮੈਂ ਸਮਝਿਆ ਕਿ ਵਿਦਿਆ ਪੜ੍ਹਨੀ ਸ਼ਾਇਦ ਮਨੁੱਖਾ ਜੀਵਨ ਦਾ ਬਹੁਤ ਚੰਗਾ ਕੰਮ ਹੋਵੇਗਾ। ਗੱਲ ਹੈ ਵੀ ਸੱਚ ਜਾਪਦੀ। ਵਿਦਿਆ ਨੂੰ ਸਿਆਣੇ ਲੋਕ ਤੀਜਾ ਨੇਤਰ ਆਖਦੇ ਨੇ, ਪਰ ਵਿਦਿਆ ਪੜ੍ਹ ਕੇ ਵੀ ਜੇ ਤੀਜਾ ਨੇਤਰ ਖੋਲ੍ਹਣ ਦੇ ਥਾਂ ਪਹਿਲੇ ਦੋ ਵੀ ਬੰਦ ਕਰ ਰੱਖੇ ਜਾਣ ਤਾਂ ਪ੍ਰਾਪਤੀ ਨਹੀਂ। ਕਹਿੰਦੇ ਨੇ, ਮੈਂ ਸੋਚਦਾ ਸਾਂ ਕਿ ਇਲਮ ਸ਼ਾਇਦ ਬਹੁਤ ਵੱਡੀ ਗੱਲ ਹੈ, ਪਰ ਜਿਨ੍ਹਾਂ ਨੇ ਅੰਦਰਲਾ ਅਮਲ ਜਾਣ ਲਿਆ ਹੈ ਉਹ ਕੁਝ ਹੋਰ ਆਖਦੇ ਨੇ। ਹਜ਼ਰਤ ਸੁਲਤਾਨ ਬਾਹੂ ਨੂੰ ਪੁੱਛੋ ਤਾਂ ਉਹ ਆਖਦਾ ਹੈ, ਨਾ ਮੈਂ ਆਲਮ ਨਾ ਮੈਂ ਫਾਜ਼ਲ, ना मैं मुफ्ती काजी हूँ, ना मैं त्रीहे रोजे रखे, ना शौक बेशती राजी हूँ। मैनू तो एक गल का पता लग गया है, ते उसे गल नूं मैं अपने जीवन विच अपना लिया है कि उस दे नाम तो बिना जिंदगी है इस तरह दी है कूड़ीबाजी हूँ, ते वो सिद्धांत मैं पल्ले बन लिया है। कबीर जी का ख्याल भी बिल्कुल वैसा ही है। वो कहते ने, मैं सोचदा सां कि पढ़न वाले, विद्या पढ़न वाले लोग बड़े चंगे होणगे, पढ़ाई वड्डा काम है, लेकिन जिवें जिवें मैं गहराइयां विच गया मेरे सामने एक गल आई, पढ़बे स्यों पल जोग। पढ़न नालों जोग चंगा है, ਆਦਮੀ ਦੀ ਸੁਰਤ ਉੱਚੀ ਉਠਾ ਦਿੰਦਾ ਹੈ। ਯੋਗ ਤੋਂ ਇੱਥੇ ਭਾਵ ਹੱਡਾਂ ਪੈਰਾਂ ਨੂੰ ਮਰੋੜਨਾ ਨਹੀਂ, ਜਿਸ ਨੂੰ ਅਸੀਂ ਯੋਗਾ ਆਖਦੇ ਹਾਂ, ਬਿਲਕੁਲ ਨਹੀਂ। ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗਾ ਦਾ ਅਭਿਆਸ, ਐਕਸਰਸਾਈਜ਼ਸ ਕਰਨੀਆਂ ਚੰਗੀ ਗੱਲ ਹੈ, ਪਰ ਆਤਮਾ ਉੱਚੀ ਉੱਠ ਜਾਏਗੀ ਇਹ ਜ਼ਰੂਰੀ ਨਹੀਂ। ਆਤਮਾ ਉੱਚੀ ਉੱਠਦੀ ਹੈ ਬੰਦਗੀ ਨਾਲ, ਪਰਮਾਤਮਾ ਨਾਲ ਜੁੜਿਆ ਹੋਇਆ। ਉਸ ਮਨੁੱਖ ਦੇ ਅੰਦਰ ਤਾਂ ਕੋਈ ਡਰ ਹੁੰਦਾ ਹੀ ਨਹੀਂ। 10 ਲੱਖ ਦੇ ਘੇਰੇ ਵਿੱਚ ਵੀ 5 ਸਿੰਘ ਜੂਝਣ ਲਈ ਜਾਣ ਤੇ ਇੱਕ ਵੀ ਦੌੜਦਾ ਨਹੀਂ ਕਿ ਮੈਦਾਨ ਛੱਡ ਕੇ ਭੱਜ ਜਾਏ। ਇਹ ਸੰਸਾਰ ਦੀਆਂ ਐਕਸਰਸਾਈਜ਼ਸ ਕਰਕੇ ਕੋਈ ਸੋਚੇ ਕਿ ਮੈਂ ਧਰਮ ਦਾ ਗੁਰੂ ਹੋ ਗਿਆ ਹਾਂ ਤਾਂ ਭੁਲੇਖੇ ਵਿੱਚ ਹੈ। ਪ੍ਰੀਖਿਆ ਪੈਂਦੀ ਹੈ, ਗੱਲ ਸਾਹਮਣੇ ਆ ਜਾਂਦੀ ਹੈ। ਇੱਕ ਸਧਾਰਨ ਟੀਚਰ ਕਿਸੇ ਸਬਜੈਕਟ ਦਾ ਗੁਰੂ ਨਹੀਂ ਹੋ ਸਕਦਾ। ਗੁਰੂ ਤਾਂ ਪਰਮੇਸ਼ਰ ਨਾਲ ਇੱਕ ਹੈ। ਯੋਗ ਦਾ ਅਰਥ ਹੈ ਜੁੜਨਾ। ਸਤਿਗੁਰੂ ਜੀ ਨੇ ਯੋਗ ਦੀ ਵਿਆਖਿਆ ਕੀਤੀ, ਰਾਜ ਲੀਲਾ ਤੇਰੇ ਨਾਮ ਬਨਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਤੇਰੀ ਕੀਰਤੀ, ਤੇਰੀ ਸਿਫਤ ਸਲਾਹ ਵਿੱਚ ਜੁੜਿਆ, ਤੇਰੇ ਨਾਲ ਸੰਬੰਧ ਬਣ ਗਏ, ਇਹ ਹੈ ਯੋਗ।
ਦੁਨੀਆ ਦੇ ਇਲਮ ਦੀ ਗੱਲ ਵੀ ਉੱਥੇ ਨਹੀਂ ਪਹੁੰਚਦੀ। हमने ये जाना था कि इल्म से कुछ जानेंगे, मगर इल्म एक गल ते जरूर लै जांदा है। जे ईमानदारी नाल कोई मनुख इल्म दी गहराई विच तुरिया जाए, अगां तो अगां गहराइयां होर आउंदियां ने ते उस नूं आखना पैंदा है उस बेअंत दा मैं अंत ना लभ सकांगा। हमने ये जाना था कि इल्म से कुछ जानेंगे, जाना तो ये जाना कि ना जाना कुछ भी। कुछ नहीं पता लगता, बेअंत दा अंत कौन पा सकिया है। हाँ, उस नाल कोई जुड़ जाए तो उस दा रंग, उस दा रस, उस दा आनंद जरूर मान सकता है। ते यही असली मकसद है जीवन दा। पढ़ाई वाले मनुख तां बहुती वारी चतुराई नाल भर जाते हैं, जुड़ते नहीं। स्वाद तां सी जे विद्या ऐसे विद्वान बनाउंदी जो मालक नाल जोड़ दिंदे। लेकिन इत्थे हर कोई छोटा मोटा पंडित लाल चंद बनया होया है। दो किताबां पढ़ लवे ते दूजे दा खंडन मंडन करन ते जोर है। 8वें पातशाह बाला प्रीतम श्री गुरु हरकृष्ण साहिब जी महाराज दे इतिहास दी ਇਹ कथा आप जी ने कई वारी सुनी होवेगी कि पंजोखरे हजूर पुजे दिल्ली नूं आउंदे होए ते डेरा तक के सवेरे सवेरे पंडित लाल चंद ने देखिया बड़ी रौनक है, कौन आया होएगा पिंड विच। सिखां नूं पुछ लिया कौन है, उन्हें आख्या 8वें पातशाह श्री गुरु हरकृष्ण साहिब जी आए ने, उन्हें दिल्ली जाना है, असीं नाल। श्री गुरु हरकृष्ण साहिब जी लम्मा ना सुन के आखन लगा, कृष्ण जी ने तो गीता उचारी सी ते मैं सुनिया इन्हां दी उम्र ही अजे बचपन दी है ते ना इन्ना वड्डा। उसने मजाक किया, आप विद्वान जरूर सी पर केवल किताबी। विद्वान सी, ध्यान अंदर नहीं सी बनिया। गीता जानते ने, आखिर सतगुरु जी तक भी पुजा। साहिबां आख्या जे मैं अर्थ कीते ते गुरु नानक दी गद्दी नूं तूं चैलेंज कर रहा है। मालक किरपा कर देवे प्रभु तां मूर्ख पासों भी गीता दे अर्थ करा देवे। एवें किताबी विद्या दा गुमान नहीं करीदा। पर इस नूं समझ ना आई तो आखिर छज्जू झीवर ने साहिबां ने कहंदे ने छटी उहदे सिर ते रखी। ये तां सतगुरु जानते ने कि वह छटी दिमाग दी किस नर्व ते रख के उहदा दिमाग चला दिता होवेगा। पर एक मूर्ख गूंगा बंदा भी अर्थ करन लग पवे, उसकी जुबान चल पवे, आम दुनिया वास्ते तां बड़ी वड्डी अचंभे की बात सी। और गीता दे अर्थ करे। फिर वो पंडित लाल चंद चरना ते डिगदा है। कथा आपने सारी सुनी हुई है। मैं कुछ समा पहले इस सारे दृश्य नूं एक कविता विच लिखिया सी। कबीर जी दा ये बचन आपां कविता राहीं देखिए। कबीर मैं जानियो पढ़बो भलो, पढ़बे स्यों पल जोग। भला वो है जो उस निरंकार नाल जुड़ जाए, भगत न छाडो राम की भावें निंदो लोग। कबीर जी कहते ने ये वाद विवादी लोकां कुछ नहीं खटिया। जोग जुड़ना प्रभु नाल चंगा है। दुनिया मैनू लख माड़ा आखे पर विद्या दे वट्टे भगती नहीं छड्डांगा। विद्या वालियां दा की हाल सी ते भगती दा सूरज किन्ना बलवान सी। ये गुरु हरकृष्ण साहब महाराज दे इतिहास दी इस झलकी विचों आपां देखदे हां। छोटा जिहा पिंड पंजोखरा, छोटा जिहा पिंड बड़ा सजिया सजाया है। जरूर किसे वड्डे बंदे डेरा इत्थे लाया है। चार चफेरे सोहणे शामियाने ताणे आ, तणियां कनातां विच बैठे बड़े जाणे आ। रात तां गई मुक पर अजे मूँह हनेरा है। सूरज नहीं चमकिया ते होया नहीं सवेरा है। हुणे हुणे भोग पिया
ਆਸਾ ਦੀ ਵਾਰ ਦਾ, ਜਿਸ ਦਾ ਕੀਰਤਨ ਸੜਦੇ ਹਿਰਦਿਆਂ ਨੂੰ ਠਾਰਦਾ। ਇੱਧਰ ਉੱਧਰ ਫਿਰਨੀ 'ਚ ਫਿਰਦੇ ਕਈ ਪ੍ਰਾਣੀਆਂ, ਚਿਹਰਿਆਂ ਤੇ ਨੂਰ ਤੇ ਪੜ੍ਹਨ ਮੁਖੋਂ ਬਾਣੀਆਂ। ਇਹਨਾਂ ਵਿੱਚੋਂ ਕੋਈ ਵੀ ਇਸ ਪਿੰਡ ਦਾ ਨਿਵਾਸੀ ਨਹੀਂ, ਅੰਮ੍ਰਿਤ ਵੇਲੇ ਗੁਰਸਿੱਖ ਉੱਠੇ। ਇਹਨਾਂ ਵਿੱਚੋਂ ਕੋਈ ਵੀ ਇਸ ਪਿੰਡ ਦਾ ਨਿਵਾਸੀ ਨਹੀਂ, ਸਾਰਿਆਂ ਤੇ ਖੇੜਾ ਚਿਹਰੇ ਕਿਸੇ ਤੇ ਉਦਾਸੀ ਨਹੀਂ। ਇੱਕ ਪਾਸੇ ਖੜੇ ਕੋਈ 5-4 ਬੰਦੇ ਆ, ਸਾਰਿਆਂ ਦੇ ਸਾਰੇ ਇਹ ਨਾਮ ਵਿੱਚ ਰੰਗੇ ਆ। ਮਾੜੀ ਜਿਹੀ ਸੂਰਜ ਦੀ ਲੋ ਜਿਹੀ ਹੋਈ ਆ, ਵੇਖਦੇ ਕੀ ਪਿੰਡ ਵੱਲੋਂ ਆ ਰਿਹਾ ਕੋਈ ਆ। ਕਿੱਦਾਂ ਦਾ ਬੰਦਾ ਜਿਹੜਾ ਆ ਰਿਹਾ ਹੈ? ਪੰਡਿਤ ਲਾਲ ਚੰਦ। ਤੌੜੀ ਵਾਂਗੂ ਟਿੰਡ ਪਰ ਬੋਦੀ ਵੱਡੀ ਸਾਰੀ ਆ। ਤੌੜੀ ਵਾਂਗੂ ਟਿੰਡ ਪਰ ਬੋਦੀ ਵੱਡੀ ਸਾਰੀ ਆ। ਖਿੱਲਰ ਨਾ ਜਾਏ ਉੱਤੇ ਗੰਢ ਜਿਹੀ ਮਾਰੀ ਆ। ਤਿਰੰਗੇ ਝੰਡੇ ਵਾਂਗ ਮੱਥੇ ਤਿਲਕ ਦੀਆਂ ਲਕੀਰਾਂ ਨੇ। ਹਾਥੀ ਵਾਂਗੂ ਢਿੱਡ ਕੱਢਿਆ ਖਾ ਖਾ ਮਾਲ ਪੂੜੇ ਖੀਰਾਂ ਨੇ। ਵੱਡੇ ਵੱਡੇ ਦੰਦ ਅਤੇ ਰੰਗ ਵਾਹਵਾ ਹੀ ਕਾਲਾ ਵਾ। ਹੱਥ ਵਿੱਚ ਲੋਟਾ ਇੱਕ ਫੜਿਆ ਪਾਣੀ ਵਾਲਾ ਵਾ। ਮਣਕਾ ਰੁਦਰਾਖ ਦਾ ਇੱਕ ਛਾਤੀ ਨਾਲ ਖਹਿੰਦਾ ਏ। ਰਾਧੇ ਸ਼ਾਮ ਮੁਖ ਤੋਂ ਇਹ ਕਹਿੰਦਾ ਏ। ਨਵੇਂ ਲੱਗੇ ਤੰਬੂ ਦੇਖ ਥੋੜਾ ਘਬਰਾ ਗਿਆ। ਨਵੇਂ ਲੱਗੇ ਤੰਬੂ ਦੇਖ ਥੋੜਾ ਘਬਰਾ ਗਿਆ, ਪਰ ਫੇਰ ਕਰ ਹੌਸਲਾ ਇਹ ਸਿੱਖਾਂ ਲਾਗੇ ਆ ਗਿਆ। ਮਾਰ ਕੇ ਖੰਗੂਰਾ ਕਹਿੰਦਾ, ਫੌਜਾਂ ਕਿੱਥੋਂ ਆਈਆਂ ਨੇ? ਮਾਰ ਕੇ ਖੰਗੂਰਾ ਕਹਿੰਦਾ, ਫੌਜਾਂ ਕਿੱਥੋਂ ਆਈਆਂ ਨੇ? ਕਿਹੜੇ ਪਾਸੇ ਚੱਲੀਆਂ ਇਹ ਕਰਕੇ ਚੜ੍ਹਾਈਆਂ ਨੇ? ਕਈ ਹਥਿਆਰਬੰਦ ਘੋੜ ਅਸਵਾਰਿਆ, ਜਾਪਦਾ ਜਿਉਂ ਕਬਜ਼ਾ ਕਿਤੇ ਕਰਨ ਨੂੰ ਤਿਆਰ ਆ। ਕੌਣ ਐਸਾ ਨਾਜ਼ਮ ਜਿਹਦਾ ਇੰਨਾ ਬੋਲ ਬਾਲਾ ਹੈ? ਕਿਸੇ ਹੱਥ ਤੇਗ ਹੈ ਤੇ ਕਿਸੇ ਹੱਥ ਮਾਲਾ ਹੈ। ਪਿੰਡ ਲੁੱਟਣ ਦੇ ਕਿਤੇ ਮਤੇ ਤਾਂ ਨਹੀਂ ਪਕਾ ਲੈ? ਪਿੰਡ ਲੁੱਟਣ ਦੇ ਕਿਤੇ ਮਤੇ ਤਾਂ ਨਹੀਂ ਪਕਾ ਲੈ? ਫਿਰਨੀ ਦੇ ਵਿੱਚ ਜਿਹੜੇ ਡੇਰੇ ਤੁਸਾਂ ਲਾ ਲੈ। ਬੜੇ ਸਤਿਕਾਰ ਨਾਲ ਸਿੱਖ ਇੱਕ ਬੋਲਿਆ। ਮਿੱਠੇ ਉਹਦੇ ਬੋਲ ਜਿਵੇਂ ਅੰਮ੍ਰਿਤ ਘੋਲਿਆ। ਕਹਿਣ ਲੱਗਾ, ਪੰਡਿਤ ਜੀ ਕਿਉਂ ਘਬਰਾਉਂਦੇ ਹੋ? ਕੋਈ ਨਹੀਂ ਲੁਟੇਰਾ ਇੱਥੇ, ਢੇਰੀ ਕਾਹਨੂੰ ਢਾਂਦੇ ਹੋ? ਇਹ ਸ਼ਸਤਰ ਧਾਰੀ ਸਾਰੇ ਗੁਰਾਂ ਦੇ ਸਿਪਾਹੀ ਨੇ। ਪੜਾਅ ਕਰਨ ਲਈ ਰੁਕੇ ਦਿੱਲੀ ਜਾਣ ਵਾਲੇ ਰਾਹੀ ਨੇ। ਪੜਾਅ ਕਰਨ ਰੁਕੇ ਦਿੱਲੀ ਜਾਣ ਵਾਲੇ ਰਾਹੀ ਨੇ। ਸੁਣਿਆ ਨਾਮ ਗੁਰੂ ਨਾਨਕ ਨਿਰੰਕਾਰੀ ਦਾ। ਚੰਨ ਮਾਂ ਤ੍ਰਿਪਤਾ ਕਲਿਆਣ ਦਾਸ ਪਟਵਾਰੀ ਦਾ। ਉਹਨਾਂ ਦੇ ਗੱਦੀਦਾਰ ਗੁਰੂ ਅੰਗਦ ਅਮਰਦਾਸ ਨੇ। ਜਗ ਤਾਈਂ ਤਾਰਿਆ ਫਿਰ ਗੁਰੂ ਰਾਮਦਾਸ ਨੇ। 5ਵੇਂ ਗੁਰੂ ਅਰਜਨ ਸਿਰਤਾਜ ਸ਼ਹੀਦਾਂ ਦੇ। ਮੀਰੀ ਪੀਰੀ ਵਾਲੇ ਬਣੇ ਆਸਰੇ ਮੁਰੀਦਾਂ ਦੇ। 7ਵੀਂ ਥਾਂ ਬੈਠੇ ਸ੍ਰੀ ਗੁਰੂ ਹਰਿ ਰਾਏ ਨੇ। ਭਰਤੀਆਂ ਝੋਲੀਆਂ ਸਵਾਲੀ ਜੋ ਵੀ ਆਏ ਨੇ। ਸਰੀਰ ਤਿਆਗਣ ਤੋਂ ਪਹਿਲਾਂ ਗੁਰੂ 7ਵੇਂ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਥਾਪੇ ਗੁਰੂ 8ਵੇਂ। ਜਿਨ੍ਹਾਂ ਦੇ ਦੀਦਾਰ ਕੱਟ ਦਿੰਦੇ ਸਾਰੇ ਦੁੱਖ ਨੇ। ਜੋ ਵੀ ਸ਼ਰਨ ਆਇਆ ਉਹਨੂੰ ਮਿਲੇ ਸਾਰੇ ਸੁੱਖ ਨੇ। ਕਿਸੇ ਦੀਆਂ ਮੁਰਾਦਾਂ ਕਦੀ ਰਹੀਆਂ ਨਾ ਅਧੂਰੀਆਂ। ਜਿਹਨੇ ਕੀਤੀ ਅਰਦਾਸ ਹੋਈਆਂ ਸਭੇ ਪੂਰੀਆਂ। ਸਿੱਖ ਦੱਸ ਰਿਹਾ ਹੈ, ਵੱਡੇ ਭਾਗ ਇਸ ਪਿੰਡ ਰਹਿੰਦੇ ਇਨਸਾਨਾਂ ਦੇ। ਇਸੇ ਲਈ ਤਾਂ ਚੱਲ ਆਏ ਵਾਲੀ ਦੋ ਜਹਾਨਾਂ ਦੇ। ਜਿਉਂ-ਜਿਉਂ ਸਿਫਤ ਗੁਰਾਂ ਦੀ ਇਹ ਸਿੱਖ ਕਰੀ ਜਾਂਦਾ ਸੀ, ਹੁਣ ਫੋਕੇ ਵਿਦਵਾਨ ਦੀ ਹਾਲਤ ਵੇਖੋ ਕੀ ਹੋ ਰਹੀ ਹੈ। ਜਿਉਂ-ਜਿਉਂ ਸਿਫਤ ਗੁਰਾਂ ਦੀ ਇਹ ਸਿੱਖ ਕਰੀ ਜਾਂਦਾ ਸੀ, ਸੁਣ ਸੁਣ ਪੰਡਿਤ ਦਾ ਸੀਨਾ ਸੜੀ ਜਾਂਦਾ ਸੀ। ਗੁੱਸੇ ਵਿੱਚ ਕਹਿਣ ਲੱਗਾ, ਸਿਫਤਾਂ ਕਰ ਬੰਦੇ। ਗੁੱਸੇ ਵਿੱਚ ਕਹਿਣ ਲੱਗਾ, ਸਿਫਤਾਂ ਕਰ ਬੰਦੇ। ਪਤਾ ਤੇਰੇ ਸਾਹਵੇਂ ਕੌਣ? ਇਹ ਪੰਡਿਤ ਲਾਲ ਚੰਦ। ਵੱਡੇ ਵੱਡੇ ਖਬੀ ਖਾਨਾ ਨਾਲ ਮੱਥਾ ਲਾਇਆ ਮੈਂ। ਕਰ ਕਰ ਬਹਿਸ ਤੇ ਹਜ਼ਾਰਾਂ ਨੂੰ ਹਰਾਇਆ ਮੈਂ ਬੰਦਾ ਨਹੀਂ ਮਾਮੂਲੀ ਕੋਈ। ਇਲਾਕੇ 'ਚੋਂ ਮਹਾਨ ਆ। ਗੀਤਾ ਵੇਦ ਸ਼ਾਸਤਰਾਂ ਦਾ ਚੋਟੀ ਦਾ ਵਿਦਵਾਨ ਆ। ਮੇਰੇ ਸਾਹਵੇਂ ਸਿਫਤਾਂ ਕਰੀ ਜਾਨਾ ਇਕਬਾਲ ਦੀਆਂ। ਉਹ ਸਾਹਮਣੇ ਸਮੁੰਦਰ ਦੇ ਛੋਟੇ ਜਿਹੇ ਤਾਲ ਦੀਆਂ। ਮੇਰੇ ਸਾਹਵੇਂ ਸਿਫਤਾਂ ਕਰੀ ਜਾਨਾ ਇਕਬਾਲ ਦੀਆਂ। ਉਹ ਸਾਹਮਣੇ ਸਮੁੰਦਰ ਦੇ ਛੋਟੇ ਜਿਹੇ ਤਾਲ ਦੀਆਂ। ਵਿਦਿਆ ਅਭਿਮਾਨੀ ਬਣਾ ਗਈ।
ਦੁਆਪਰ 'ਚ ਹੋਏ ਸ੍ਰੀ ਕ੍ਰਿਸ਼ਨ ਅਵਤਾਰਿਆ, ਤਿਨਾਂ ਦੀ ਫਿਲਾਸਫੀ ਨੂੰ ਮੰਨੇ ਸੰਸਾਰ ਆ। ਅਰਜਨ ਨੇ ਲੜਨੋਂ ਇਨਕਾਰ ਜਦ ਕੀਤਾ ਸੀ, ਸ੍ਰੀ ਕ੍ਰਿਸ਼ਨ ਜੀ ਨੇ ਉਚਾਰੀ ਤਦੋਂ ਗੀਤਾ ਸੀ। ਇਹ ਨਿੱਕੇ ਜਿਹੇ ਬਾਲਕੇ ਨੂੰ ਗੁਰੂ ਤੁਸੀਂ ਆਖਦੇ, ਮੈਨੂੰ ਤੁਸੀਂ ਉਸ ਦੇ ਖਰੀਦੇ ਹੋਏ ਜਾਪਦੇ। ਜਿਹੋ ਜਿਹੀ ਆਪਣੀ ਬਿਰਤੀ ਹੋਵੇ ਵੈਸਾ ਹੀ ਮਨੁੱਖ ਦੇਖਦਾ ਹੈ। ਇਹ ਨਿੱਕੇ ਜਿਹੇ ਬਾਲਕੇ ਨੂੰ ਗੁਰੂ ਤੁਸੀਂ ਆਖਦੇ, ਮੈਨੂੰ ਤੁਸੀਂ ਉਸ ਦੇ ਖਰੀਦੇ ਹੋਏ ਜਾਪਦੇ। ਉਮਰ 8 ਸਾਲ ਨਹੀਂ ਤੇ ਡਿੱਠਾ ਕੀ ਖੁਆਬ ਹੈ, ਬਣ ਬੈਠਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਹੈ। ਪੁੱਛੋ ਉਹਨੂੰ, ਮੈਨੂੰ ਅਰਥ ਗੀਤਾ ਦੇ ਸੁਣਾਏਗਾ ਜਾਂ ਫਿਰ ਘੁੱਗੂ ਬਣ ਚੁੱਪ ਵੱਟ ਜਾਏਗਾ। ਹੁਣੇ ਭਾਂਡਾ ਭੱਜ ਜਾਊ ਤੁਸਾਂ ਦੇ ਖਿਆਲਾਂ ਦਾ, ਦੇਵੇ ਖਾਂ ਜਵਾਬ ਭਲਾ ਮੇਰਿਆਂ ਸਵਾਲਾਂ ਦਾ। ਪੰਡਿਤ ਨੂੰ ਰੁਕੋ ਕਹਿ ਇੱਕ ਸਿੱਖ ਝੱਟ ਨੱਸਿਆ, ਮੱਥਾ ਟੇਕ ਗੁਰਾਂ ਤਾਈਂ ਹਾਲ ਸਾਰਾ ਦੱਸਿਆ। ਸਤਿਗੁਰੂ ਪਿਆਰ ਨਾਲ ਪੰਡਿਤ ਨੂੰ ਬੁਲਾ ਕੇ ਬੜੇ ਹੀ ਠਰੰਮੇ ਨਾਲ ਕਹਿਣ ਸਮਝਾ ਕੇ, ਪੰਡਿਤ ਜੀ ਮੈਂ ਗੀਤਾ ਦੇ ਜੇ ਅਰਥ ਸੁਣਾ ਦਿਆਂ, ਪੂਰੀ ਤਰ੍ਹਾਂ ਤੁਸਾਂ ਦੀ ਤਸੱਲੀ ਕਰਵਾ ਦਿਆਂ, ਤਾਂ ਤੁਸਾਂ ਕਹਿਣਾ ਗੁਰੂ ਦਾ ਅਮੀਰ ਖਾਨਦਾਨ ਹੈ, ਪੜ੍ਹਾ ਕੇ ਛੋਟੀ ਉਮਰੇ ਬਣਾਇਆ ਵਿਦਵਾਨ ਹੈ। ਇਹ ਤੂੰ ਐਵੇਂ ਮੱਲੋ ਮੱਲੀ ਵਾਦ ਨੂੰ ਵਧਾ ਲਿਆ, ਮੱਥਾ ਗੁਰੂ ਨਾਨਕ ਦੀ ਗੱਦੀ ਨਾਲ ਲਾ ਲਿਆ। ਇਹ ਤੂੰ ਐਵੇਂ ਮੱਲੋ ਮੱਲੀ ਵਾਦ ਨੂੰ ਵਧਾ ਲਿਆ, ਮੱਥਾ ਗੁਰੂ ਨਾਨਕ ਦੀ ਗੱਦੀ ਨਾਲ ਲਾ ਲਿਆ। ਏਦਾਂ ਕਰ ਤੂੰ ਮਰਜ਼ੀ ਦਾ ਬੰਦਾ ਕੋਈ ਬੁਲਾ ਲਿਆ, ਕਰਨੇ ਅਰਥ ਗੀਤਾ ਦੇ ਇਹ ਕਹਿ ਸਮਝਾ ਲਿਆ। ਮਾਲਕ ਜੇ ਚਾਵੇ, ਆਪਣੀ ਗੱਲ ਨਹੀਂ ਕੀਤੀ, ਮਾਲਕ ਜੇ ਚਾਵੇ ਬਣਾ ਹੀਰਾ ਦੇਵੇ ਕੋਲੇ ਨੂੰ, ਔਰ ਹੀਰਾ ਬਣਦਾ ਹੀ ਕੋਲੇ ਤੋਂ ਹੈ। ਮਾਲਕ ਜੇ ਚਾਵੇ ਬਣਾ ਹੀਰਾ ਦੇਵੇ ਕੋਲੇ ਨੂੰ, ਥਾਪ ਵਿਦਵਾਨ ਦੇਵੇ ਗੁੰਗੇ ਅਤੇ ਬੋਲੇ ਨੂੰ। ਜਾ ਤੈਨੂੰ ਛੁੱਟੀ, ਜਿਹਨੂੰ ਮਰਜ਼ੀ ਲਿਆ ਤੂੰ, ਲਿਆ ਕੇ ਸਾਡੇ ਜ਼ਰਾ ਸਾਹਮਣੇ ਬਿਠਾ ਤੂੰ। ਸਾਹਿਬ ਗੁਰੂ ਨਾਨਕ ਦੇ ਦਰ ਦੀਆਂ ਤਾਕਤਾਂ, ਜੜੋਂ ਪੁੱਟ ਦੇਣੀਆਂ ਨੇ ਤੇਰੀਆਂ ਹਮਾਕਤਾਂ। ਇੰਨੀ ਸੁਣ ਪੰਡਿਤ ਸੀ ਪਿੰਡ ਰਾਹੇ ਪੈ ਗਿਆ, ਫਟਾਫਟ ਛੱਜੂ ਝਿਊਰ ਕੋਲੇ ਆ ਕੇ ਬਹਿ ਗਿਆ। ਨਿਰਾ ਪੁਰਾ ਅਨਪੜ੍ਹ, ਪਾਣੀ ਲੋਕਾਂ ਦਾ ਇਹ ਭਰਦਾ, ਇਸੇ ਦੀ ਕਮਾਈ ਨਾਲ ਸੀ ਗੁਜ਼ਾਰਾ ਕਰਦਾ। ਬੋਲ ਨਾ ਸਕੇ ਇਹ ਗੁੰਗਾ ਇਹ ਜ਼ੁਬਾਨ ਤੋਂ, ਭੋਲਾ ਬੋਲਾ ਬੰਦਾ ਬੇਖਬਰ ਜਹਾਨ ਤੋਂ। ਕਰ ਕਰ ਇਸ਼ਾਰੇ ਬਾ ਮੁਸ਼ਕਿਲ ਸਮਝਾ ਕੇ, ਲੈ ਆਇਆ ਪੰਡਿਤ ਨੂੰ ਗੁਰਾਂ ਕੋ ਬੁਲਾ ਕੇ। ਵਾਹ ਵਾਹ ਮੇਰੇ ਦਾਤਾ, ਤੇਰੇ ਚੋਜ ਵੀ ਨਿਆਰੇ ਨੇ, ਕਿਸ ਕਿਸ ਬਹਾਨੇ ਗੁੰਗੇ ਬੋਲੇ ਵੀ ਤੂੰ ਤਾਰੇ ਨੇ। ਪੰਡਿਤ ਦੀ ਬੂਥੀ ਅਜੇ ਵੀ ਹੋਈ ਜਾਂਦੀ ਬੱਗੀ ਹੈ, ਪਰ ਕਿਸਮਤ ਛੱਜੂ ਦੀ ਖੁੱਲ੍ਹਣ ਹੋਣ ਲੱਗੀ ਹੈ। ਮਿਹਰਾਂ ਵਾਲੇ ਮਿਹਰਾਂ ਦੀ ਨਜ਼ਰ ਨਾਲ ਤੱਕਿਆ, ਹੱਥ ਵਾਲੀ ਛਟੀ ਨੂੰ ਜਾਂ ਸਿਰ ਉੱਤੇ ਰੱਖਿਆ, ਖੁੱਲ੍ਹ ਗਏ ਕਿਵਾੜ। ਕਾਇਆ ਛੱਜੂ ਦੀ ਕੰਬ ਗਈ, ਮੂੜਤਾ ਦੀ ਮੈਲ ਇੱਕਦਮ ਝਾੜ ਝੰਬ ਗਈ। ਕਦੀ ਨਾ ਸੀ ਜਿਹਨੂੰ ਕਿਸੇ ਬੋਲਦਿਆਂ ਤੱਕਿਆ, ਤੇ ਛੜੀ ਛੋਹਣ ਸਾਰ ਉਹ ਖਿੜ ਖਿੜ ਹੱਸਿਆ। ਪੂਰੀ ਤਰ੍ਹਾਂ ਸੁਣ ਹੁਣ ਲੱਗ ਉਹਦੇ ਕੰਨ ਗਏ, ਕਿਸਮਤ ਉਸ ਦੀ ਨੂੰ ਲੱਗ ਚਾਰ ਚੰਨ ਗਏ। ਕਹਿਣ ਲੱਗਾ ਪੰਡਿਤ ਜੀ ਸ਼ਲੋਕ ਉਚਾਰੋ ਜੀ, ਕਹਿਣ ਲੱਗਾ ਪੰਡਿਤ ਜੀ ਸ਼ਲੋਕ ਉਚਾਰੋ ਜੀ, ਕਰਾਂ ਮੈਂ ਅਰਥ ਫਿਰ ਤੁਸੀਂ ਵੀ ਵਿਚਾਰੋ ਜੀ। ਪਹਿਲਾਂ ਇੰਨੀ ਸੁਣ ਪੰਡਿਤ ਹੱਕਾ ਬੱਕਾ ਰਹਿ ਗਿਆ, ਵਿਦਿਆ ਦੇ ਮਾਣ ਦਾ ਸੀ ਭੱਠਾ ਸਾਰਾ ਬਹਿ ਗਿਆ। ਗੁੰਗੇ ਪਾਸੋਂ ਸੁਣ ਕੇ ਅਰਥ ਗਹਿਰਾਈਆਂ ਦੇ, ਮਿੱਟੀ ਵਿੱਚ ਮਿਲ ਗਏ ਮੁਨਾਰੇ ਚਤੁਰਾਈਆਂ ਦੇ। ਇਹ ਵਿਦਿਆ ਦਾ ਝੂਠਾ ਅਭਿਮਾਨ ਇੱਕ ਦਿਨ ਟੁੱਟਦਾ ਹੈ। ਗੁੰਗੇ ਪਾਸੋਂ ਸੁਣ ਕੇ ਅਰਥ ਗਹਿਰਾਈਆਂ ਦੇ, ਮਿੱਟੀ ਵਿੱਚ ਮਿਲ ਗਏ ਮੁਨਾਰੇ ਚਤੁਰਾਈਆਂ ਦੇ। ਆਖਰ 'ਚ ਸਿਰ ਗੁਰੂ ਚਰਨਾਂ 'ਚ ਰੱਖ ਕੇ, ਸ਼ਰਮਾਈਆਂ ਹੋਈਆਂ ਨਿਗਾਹਾਂ ਦੇ ਨਾਲ ਜ਼ਰਾ ਤੱਕ ਕੇ, ਹੱਥ ਜੋੜ ਅਰਜ਼ ਕਰੇ ਬਖਸ਼ੋ ਭੁੱਲਾਂ ਮੇਰੀਆਂ, ਗੁੰਗਿਆਂ ਤੋਂ ਅਰਥ ਕਰਾਉਣ ਕਲਾਂ ਤੇਰੀਆਂ। ਸਿਰ ਮੇਰੇ ਹੱਥ ਰੱਖ ਆਪਣਾ ਬਣਾ ਲਓ, ਭਵਜਲ ਵਿੱਚ ਗੋਤੇ ਖਾਂਦੇ ਨੂੰ ਬਚਾ ਲਓ। ਬਖਸ਼ ਦਿਓ ਸਿੱਖੀ ਹੁਣ ਇਸੇ ਨੂੰ ਕਮਾਵਾਂ ਮੈਂ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸਦਾ ਗਾਵਾਂ ਮੈਂ। ਮੇਰਾਂ ਵਾਲੇ ਬਖਸ਼ ਦਿੱਤਾ ਫਿਰ ਨਾਮ ਦਾਨ ਨੂੰ, ਆਪ ਵੀ ਜਪ ਤੇ ਜਪਾ ਵੀ ਜਹਾਨ ਨੂੰ। ਸਰਵਣ ਸਿੰਘ ਇਹ ਬਾਲਾ ਪ੍ਰੀਤਮ ਦੀ ਕਲਾ ਏ, ਜੋ ਵੀ ਡਿੱਗੇ ਦਰ ਉੱਤੇ ਉਸੇ ਦਾ ਭਲਾ ਏ, ਜੋ ਵੀ ਡਿੱਗੇ ਦਰ ਉੱਤੇ ਉਸੇ ਦਾ ਭਲਾ ਏ। ਕਬੀਰ ਸਾਹਿਬ ਕੋਈ ਬਹੁਤ ਯੂਨੀਵਰਸਿਟੀ ਨਹੀਂ ਸਨ ਪੜ੍ਹੇ ਹੋਏ,
ਲੇਕਿਨ ਵਿਦਵਾਨ ਤੋਂ ਵਿਦਵਾਨ ਪੰਡਿਤ ਕਾਂਸ਼ੀ ਦਾ ਕਬੀਰ ਜੀ ਦੇ ਇੱਕ ਸਵਾਲ ਦਾ ਜਵਾਬ ਵੀ ਦੇਣ ਦੇ ਸਮਰੱਥ ਨਹੀਂ ਸੀ। ਕਬੀਰ ਸਾਹਿਬ ਜੁੜੇ ਹੋਏ ਨੇ, ਪੰਡਿਤ ਕੇਵਲ ਕਿਤਾਬੀ ਵਿਦਵਾਨ ਨੇ। ਕਬੀਰ ਜੀ ਕਹਿੰਦੇ ਨੇ, ਮੈਂ ਸੋਚਦਾ ਸਾਂ ਪਹਿਲੇ ਕਿ ਪੜ੍ਹਨਾ ਭਲਾ ਹੈ, ਪੜ੍ਹੇ ਲਿਖੇ ਲੋਕ ਵਧੇਰੇ ਚੰਗੇ ਨੇ, ਪਰ ਜਦੋਂ ਕਿਰਦਾਰ ਵੱਲ ਝਾਤ ਮਾਰੀ ਮੈਨੂੰ ਉਹ ਕੁਝ ਦਿਖਾਈ ਨਾ ਦਿੱਤਾ। ਵਿਦਿਆ ਦੀ ਸਿਫਤ ਗੁਰੂ ਨਾਨਕ ਸਾਹਿਬ ਨੇ ਵੀ ਕੀਤੀ ਕਿ ਵਿਦਿਆ ਪੜ੍ਹਨੀ ਚਾਹੀਦੀ ਏ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਲੇਕਿਨ ਜੇ ਵਿਦਿਆ ਪ੍ਰਾਪਤ ਕਰਕੇ ਮਨੁੱਖ ਅੰਦਰਲਾ ਧਿਆਨ ਨਾ ਬਣਾ ਸਕੇ, ਭਟਕਿਆ ਹੋਇਆ ਦਿਸੇ, ਜ਼ਿੰਦਗੀ ਵਿੱਚ ਕਮਾਈ ਕੁਝ ਨਾ ਹੋਵੇ, ਤਾਂ ਇਹ ਵੀ ਹਜ਼ੂਰ ਨੇ ਆਖਿਆ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਬਚਣਾ ਤਾਂ ਅਹੰਕਾਰ ਤੋਂ ਸੀ, ਜੁੜਨਾ ਨਿਰੰਕਾਰ ਨਾਲ ਸੀ। ਕਬੀਰ ਸਾਹਿਬ ਕਹਿੰਦੇ ਨੇ, ਜੁੜਨ ਵਾਲਾ ਬਿਹਤਰ ਹੈ ਵਿਦਵਾਨ ਨਾਲੋਂ ਧਿਆਨ ਵਾਲਾ। ਪੜ੍ਹਬੇ ਸਿਉ ਪਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਗ। ਭਾਵੇਂ ਲੋਕ ਨਿੰਦਾ ਪਏ ਕਰਨ, ਪਰ ਮੈਂ ਪ੍ਰਭੂ ਦੀ ਭਗਤੀ ਕਿਸੇ ਕੀਮਤ ਤੇ ਵੀ ਨਹੀਂ ਛੱਡਾਂਗਾ। ਵਿਦਿਆ ਦੇ ਵੱਟੇ ਭਗਤੀ ਛੱਡਦਿਆਂ ਇਹ ਨਹੀਂ ਹੋ ਸਕਦਾ। ਅੱਜ ਦਾ ਆਖਰੀ ਸ਼ਲੋਕ 46ਵਾਂ। ਕਬੀਰ ਲੋਗ ਕੀ ਨਿੰਦਾ ਬਪੁੜਾ, ਜਿਹ ਮਨ ਨਾਹੀ ਗਿਆਨ। ਰਾਮ ਕਬੀਰਾ ਰਵ ਰਹੇ, ਅਵਰ ਤਜੇ ਸਭ ਕਾਮ। ਲੋਕ ਨਿੰਦਾ ਕਰਦੇ ਨੇ ਤਾਂ ਕਰੀ ਜਾਣ, ਤਿਨਾਂ ਨੂੰ ਸਮਝ ਕਿੰਨੀ ਕੁ ਹੈ। ਆਪਣੀ ਆਪਣੀ ਸਮਝ ਦੇ ਮੁਤਾਬਕ ਹੀ ਮਨੁੱਖ ਗੱਲ ਕਰ ਸਕਦਾ ਹੈ। ਜਿਸ ਮਨੁੱਖ ਦੇ ਅੰਦਰ ਇਹ ਸਮਝ ਹੀ ਨਹੀਂ ਕਿ ਵਿਦਿਆ ਦੇ ਮੁਕਾਬਲੇ ਤੇ ਬੰਦਗੀ ਕਿੰਨੀ ਵੱਡਮੁੱਲੀ ਦਾਤ ਹੈ, ਉਹ ਮਨੁੱਖ ਜੇ ਮੇਰੀ ਚੋਣ ਨੂੰ ਗਲਤ ਵੀ ਆਖੇ, ਮਾੜਾ ਵੀ ਕਹੇ, ਤਾਂ ਮੈਨੂੰ ਕੋਈ ਪਰਵਾਹ ਨਹੀਂ। ਉਸ ਦੀ ਨਿੰਦਿਆ ਦਾ ਕੋਈ ਅਰਥ ਨਹੀਂ, ਉਸ ਨੂੰ ਸਮਝ ਹੀ ਨਹੀਂ। ਐਸੇ ਬੰਦਿਆਂ ਦੀ ਦੰਦ ਕਥਾ ਦੀ ਮੈਂ ਹਰਗਿਜ਼ ਪਰਵਾਹ ਨਹੀਂ ਕਰਦਾ। ਕਬੀਰ ਲੋਗ ਕੀ ਨਿੰਦਾ ਬਪੁੜਾ, ਜਿਹ ਮਨ ਨਾਹੀ ਗਿਆਨ। ਰਾਮ ਕਬੀਰਾ ਰਵ ਰਹਿ, ਅਵਰ ਤਜੇ ਸਭ ਕਾਮ। ਗੱਲ ਬਣ ਗਈ ਹੈ ਮੇਰੀ, ਰਾਮ ਵਿੱਚ ਕਬੀਰ ਲੀਨ ਹੋ ਗਿਆ ਹੈ, ਤੇ ਹੋਰ ਕੰਮ ਮੋਹ ਮਾਇਆ ਦੇ ਮੈਂ ਤਿਆਗ ਦਿੱਤੇ ਨੇ। ਮੈਨੂੰ ਜ਼ਿੰਦਗੀ ਦੀ ਮੰਜ਼ਿਲ ਮਿਲ ਗਈ, ਲੋਕ ਬੁਰਾ ਆਖਣ ਤਾਂ ਪਰਵਾਹ ਨਹੀਂ। ਤੋ ਸੰਗਤ ਜੀ, ਅਸਲੀ ਮਸਲਾ ਇਹ ਹੈ, ਵਿਦਿਆ ਬੁਰੀ ਨਹੀਂ, ਪਰ ਵਿਦਿਆ ਦਾ ਅਭਿਮਾਨ ਬੁਰਾ ਹੈ। ਧਿਆਨ ਨਿਰੰਕਾਰ ਨਾਲ ਜੁੜ ਜਾਏ, ਇਹ ਸਭ ਤੋਂ ਉੱਤਮ ਬਾਤ ਹੈ। ਵਿਦਿਆ ਰਾਹੀਂ ਵੀ ਅਸੀਂ ਰਮੇ ਹੋਏ ਪਰਮਾਤਮਾ ਦੀਆਂ ਗਹਿਰਾਈਆਂ ਵਿੱਚ ਲੀਨ ਹੋਈਏ ਤਾਂ ਵਿਦਿਆ ਚੰਗੀ ਹੈ। ਪਰ ਜੇ ਵਿਦਿਆ ਪਰਮਾਰਥ ਦੇ ਰਸਤੇ ਦੀ ਰੁਕਾਵਟ ਬਣਦੀ ਹੋਵੇ, ਉਸ ਨਾਲੋਂ ਯੋਗ ਬਿਹਤਰ ਹੈ। ਔਰ ਫਿਰ ਯਾਦ ਰਹੇ, ਇਹ ਯੋਗ ਕੋਈ ਹੱਡ ਪੈਰ ਮਰੋੜਨ ਵਾਲਾ ਯੋਗਾ ਨਹੀਂ। ਯੋਗ ਦਾ ਅਰਥ ਹੈ ਜੁੜਨਾ। ਯੋਗ ਬਣਿਆ ਤੇਰਾ ਕੀਰਤਨ ਗਾਈ। ਪਰਮਾਤਮਾ ਦੀ ਸਿਫਤ ਸਲਾਹ ਵਿੱਚ ਲੀਨ ਹੋ, ਪਰਮਾਤਮਾ ਨਾਲ ਅਭੇਦ ਹੋ ਸਕੀਏ, ਤਾਂ ਇਹ ਵਿਚਾਰਾਂ ਸਫਲੀਆਂ ਨੇ। ਅਨੇਕਾਂ ਭੁੱਲਾਂ ਇਹ ਵਿਚਾਰ ਕਰਦਿਆਂ ਹੋਈਆਂ ਹੋਣਗੀਆਂ, ਉਹ ਖਿਮਾ ਕਰ ਦੇਣੀਆਂ। ਲੋਕਾਂ ਦੇ ਆਖਣ ਦੀ ਪਰਵਾਹ ਨਹੀਂ ਕਰਨੀ। ਜ਼ਿੰਦਗੀ ਦਾ ਮਾਰਗ ਆਪਣਾ ਸਹੀ ਹੋਣਾ ਚਾਹੀਦਾ ਹੈ। ਅਖੀਰ ਵਿੱਚ ਬੁੱਲੇ ਦੀਆਂ 2 ਪੰਕਤੀਆਂ ਕਹਿ ਕੇ ਮੈਂ ਖਿਮਾ ਚਾਹਾਂਗਾ। ਉਹ ਆਖਦਾ, ਬੁੱਲਾ ਆਸ਼ਿਕ ਹੋਇਓ ਰੱਬ ਦਾ, ਮੁਲਾਕਾਤ ਹੋਈ ਲਾਖ। ਲੋਕੀ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ। ਦੁਨੀਆ ਦੀ ਪਰਵਾਹ ਨਹੀਂ, ਦੀਨ ਵਿੱਚ ਧਰਮ ਵਿੱਚ ਪੂਰੇ ਉਤਰ ਸਕੀਏ ਤਾਂ ਜ਼ਿੰਦਗੀ ਦਾ ਮਸਲਾ ਹੱਲ ਹੈ। ਵਾਹਿਗੁਰੂ ਸਾਡੇ ਸਭਨਾਂ 'ਤੇ ਕਿਰਪਾ ਕਰੇ, ਇਹ ਵਿਚਾਰਾਂ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਸਕਣ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।